ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1367 ਤੇ ਹੇਠੋਂ ਤੀਸਰੀ ਪੰਕਤੀ ਦੇ ਅੰਤ 'ਚ 64 ਨੰਬਰ ਤੋਂ ਬਾਅਦ ਕਬੀਰ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ, ਤੈ ਸ਼ਹਿ ਬਾਤ ਨ ਪੁੱਛੀਐ, ਕਬਹੂ ਨ ਲਾਈ ਪਾਏ। ਕਬੀਰ ਸਾਹਿਬ ਕਹਿੰਦੇ ਮਹਿੰਦੀ ਕਰ ਘਾਲਿਆ, ਆਪ ਪਿਸਾਏ ਪਿਸਾਏ, ਆਪਣੇ ਆਪ ਨੂੰ ਪੀ ਪੀ ਕੇ ਮਹਿੰਦੀ ਵਰਗਾ ਕਲ ਬਰੀਕ ਕਰ ਲਿਆ। ਮੈਂ ਕਹਿੰਦੇ ਆਪਣੇ ਆਪ ਨੂੰ ਪੀ ਪੀ ਕੇ ਮਹਿੰਦੀ ਵਰਗਾ ਬਰੀਕ ਕਰ ਲਿਆ। ਤੈ ਮੈਨੇ ਉਸ ਸ਼ਹਿ, ਇਹਨੂੰ ਸ਼ਹਿ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ। ਸ਼ਹਿ ਹੁੰਦਾ ਪ੍ਰਭੂ ਪਤੀ, ਇਹਨੂੰ ਸਹਿ ਨਹੀਂ ਪੜ੍ਹਨਾ। ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ ਅਤੇ ਦਲਾਵਾਂ ਲਾ ਕੇ ਪੜ੍ਹਨਾ। ਜੇ ਫਾਰਸੀ ਦਾ ਸ਼ਬਦ ਹੁੰਦਾ ਫਿਰ ਆਪਾਂ ਪੜ੍ਹਦੇ ਸ਼ਾਹ, ਫਿਰ ਇਸ ਨੂੰ ਪੜ੍ਹਦੇ ਸ਼ਾਹ। ਇਹ ਹੈਗਾ ਹਿੰਦੀ ਦਾ, ਇਸ ਲਈ ਇਸ ਨੂੰ ਪੜ੍ਹਨਾ ਸ਼ਹਿ। ਤੈ ਸ਼ਹਿ ਬਾਤ ਨਾ ਪੁੱਛੀਐ, ਕਬਹੂ ਨ ਲਾਈ ਪਾਏ। ਜਿਵੇਂ ਪਾਏ, ਪਾਏ ਪੜ੍ਹੋਗੇ ਤਾਂ ਫਾਰਸੀ ਦਾ ਸ਼ਬਦ ਹੈ ਪੈਰ। ਪਾਈ ਪੜ੍ਹੋਗੇ ਤਾਂ ਹਿੰਦੀ ਦਾ ਸ਼ਬਦ ਹੈ ਪੈਰ। ਫਾਰਸੀ ਦੇ ਵਿੱਚ ਪਾਏ ਕਹਿੰਦੇ ਨੇ, ਹਿੰਦੀ 'ਚ ਪਾਏ ਕਹਿੰਦੇ ਨੇ। ਇਸ ਤਰ੍ਹਾਂ ਫਾਰਸੀ 'ਚ ਸ਼ਾਹ ਕਹਿੰਦੇ ਨੇ, ਹਿੰਦੀ ਸ਼ਹਿ ਕਹਿੰਦੇ ਨੇ। ਤੈ ਮੈਨੇ ਉਸ, ਇੱਕ ਹੁੰਦਾ ਤੈਂ, ਉਹਦਾ ਤੂੰ। ਜੇ ਤਾਂ ਰੱਬ ਨਾਲ ਸਿੱਧੀ ਗੱਲ ਹੋ ਰਹੀ ਹੁੰਦੀ ਫਿਰ ਤਾਂ ਪੜ੍ਹਦੇ ਤੈਂ। ਇਹ ਉਂਝ ਗੱਲ ਹੋ ਰਹੀ ਹੈ। ਕਬੀਰ ਸਾਹਿਬ ਕਹਿੰਦੇ ਮੈਂ ਇੰਨੀ ਘਾਲਣਾ ਘਾਲੀ, ਆਪਣੇ ਆਪ ਨੂੰ ਪੀ ਪੀ ਕੇ ਮਹਿੰਦੀ ਵਾਂਗੂ ਬਰੀਕ ਕਰ ਲਿਆ। ਕਿਉਂਕਿ ਜਦੋਂ ਮਹਿੰਦੀ ਪੈਰਾਂ ਜਾਂ ਹੱਥਾਂ 'ਤੇ ਲਾਉਣੀ ਦੀ ਬਹੁਤ ਬਰੀਕ ਕਰਕੇ ਗਿੱਲੀ ਕਰਕੇ ਲਾਈ ਜਾਂਦੀ ਹੈ। ਬੜਾ ਕੀਤਾ ਕਦਮ ਮੈਂ। ਤੈ ਸ਼ਹਿ ਬਾਤ ਨਾ ਪੁੱਛੀਏ, ਪਰ ਉਸ ਪਰਮਾਤਮਾ ਨੇ ਮੇਰੀ ਬਾਤ ਨਹੀਂ ਪੁੱਛੀ, ਮੇਰੇ ਵੱਲ ਵੇਖੇ ਹੀ ਨਹੀਂ ਹੈ। ਕਬੂ ਨਾ ਲਾਈ ਪਾਏ, ਨਾ ਪੈਰਾਂ 'ਤੇ ਲਾਈ, ਨਾ ਮੇਰੇ ਵੱਲ ਵੇਖਿਆ, ਨਾ ਪੈਰਾਂ 'ਤੇ ਲਾਇਆ। ਬਹੁਤ ਮਿਹਨਤ ਕੀਤੀ ਪਰ ਪ੍ਰਵਾਨਗੀ ਨਹੀਂ ਹੋਈ, ਪਰਮਾਤਮਾ ਦੀ ਖੁਸ਼ੀ ਨਹੀਂ ਹੋਈ। ਗੁਰਬਾਣੀ ਕਹਿੰਦੇ ਕਿਤੇ ਨਾ ਕਿਤੇ ਨੁਕਸ ਰਹਿ ਜਾਂਦਾ। ਮੰਨ ਲਓ ਤੁਸੀਂ ਬਹੁਤ ਭਜਨ ਬੰਦਗੀ ਕੀਤੀ ਪਰ ਤੁਹਾਡੀ ਆਤਮਿਕ ਤਰੱਕੀ ਨਹੀਂ ਹੋਈ, ਇਹਦਾ ਮਤਲਬ ਕਿਤੇ ਤਾਂ ਨੁਕਸ ਹੈ ਨਾ। ਆਪਣੇ ਅੰਦਰ ਫਿਰ ਝਾਤੀ ਮਾਰਨੀ ਚਾਹੀਦੀ ਹੈ ਕਿ ਮੇਰੇ ਅੰਦਰ ਕਿਹੜਾ ਔਗਣ ਹੈ। ਹੁਣ ਕਿਵੇਂ ਪਤਾ ਲੱਗੇ ਵੀ ਗੁਣ ਔਗਣ ਕੀ ਹੁੰਦੇ ਨੇ? ਵੈਸੇ ਤਾਂ ਆਮ ਬੰਦੇ ਨੂੰ ਪਤਾ ਕਿਹੜੀ ਗੱਲ ਠੀਕ ਹੈ, ਕਿਹੜੀ ਮਾੜੀ ਹੈ, ਪਰ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ। ਮੈਂ ਦੇਖੇ ਬਹੁਤ ਪੜ੍ਹੇ ਲਿਖੇ ਲੋਕ ਹੁੰਦੇ ਨੇ ਪਰ ਉਹਨਾਂ ਨੂੰ ਇਹ ਗਿਆਨ ਨਹੀਂ ਹੁੰਦਾ ਕਿ ਜੋ ਕਰ ਰਹੇ ਨੇ ਕਿ ਇਹ ਠੀਕ ਹੈ ਕਿ ਗਲਤ ਹੈ। ਵੱਡੇ ਵੱਡੇ ਆਫਿਸਰ, ਪੜ੍ਹੇ ਲਿਖੇ ਵਿਦਵਾਨ ਲੋਕ, ਟੀਚਰ, ਪ੍ਰੋਫੈਸਰ ਸ਼ਰਾਬਾਂ ਪੀਂਦੇ ਨੇ, ਪੜ੍ਹੇ ਲਿਖੇ ਨੇ। ਗਿਆਨ ਹੋਣਾ ਚਾਹੀਦਾ ਕਿ ਅਸੀਂ ਨਸ਼ਾ ਕਰ ਰਹੇ ਹਾਂ, ਪਰ ਨਹੀਂ ਕੀਤਾ ਜਾ ਰਿਹਾ। ਜਾਂ ਤੇ ਕਬੀਰ ਸਾਹਿਬ ਦੇ ਕਹਿਣ ਨੂੰ ਜਾਨਤ ਹੀ ਔਗਣ ਕਰੇ,
ਜਾਂ ਤਾਂ ਜਾਣਦਾ ਬੁੱਝਦਾ ਬੁਰਾ ਕੰਮ ਕਰ ਰਿਹਾ ਹੈ, ਤੇ ਜਾਂ ਕਿ ਗਿਆਨ ਹੀ ਨਹੀਂ ਹੈ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ। ਇਸ ਲਈ ਕੀ ਠੀਕ ਹੈ ਕੀ ਗਲਤ ਹੈ, ਇੰਗਲਿਸ਼ ਵਾਲਾ ਕਹਿੰਦੇ ਨੇ ਦੇਅਰ ਇਜ਼ ਨਥਿੰਗ ਗੁੱਡ ਔਰ ਬੈਡ ਇਨ ਦਿਸ ਵਰਲਡ, ਇਟ ਇਜ਼ ਓਨਲੀ ਅਵਰ ਥਿੰਕਿੰਗ ਦੈਟ ਮੇਕਸ ਇਟ ਸੋ। ਇਸ ਸੰਸਾਰ 'ਚ ਕੋਈ ਚੀਜ਼ ਚੰਗੀ ਜਾਂ ਮਾੜੀ ਨਹੀਂ, ਸਾਡੀ ਸੋਚ ਹੀ ਉਸ ਨੂੰ ਚੰਗਿਆਂ ਜਾਂ ਮਾੜਿਆਂ ਬਣਾਉਂਦੀ ਹੈ। ਪਰ ਐਸਾ ਨਹੀਂ ਹੈ, ਮਾੜੀ ਮਾੜੀ ਹੋਈ ਹੈ ਤੇ ਚੰਗੀ ਚੰਗੀ ਹੀ ਹੈ। ਨਸ਼ੇ ਮਾੜੇ ਨੇ, ਨਸ਼ੇ ਮਾੜੇ ਨੇ ਚਾਹੇ ਕਿਸੇ ਪ੍ਰਕਾਰ ਦਾ ਵੀ ਹੈ। ਜਾਂ ਤੇ ਗਿਆਨ ਹੋਣ ਦੇ ਬਾਵਜੂਦ ਕੀਤੇ ਜਾ ਰਹੇ ਨੇ, ਤੇ ਜਾਂ ਫਿਰ ਅਗਿਆਨੀ ਨੇ। ਦੋ ਹੀ ਗੱਲਾਂ ਹੁੰਦੀਆਂ। ਅਸੀਂ ਜਾਂ ਤਾਂ ਅਗਿਆਨਤਾ ਵਸ ਕਰਮ ਕਰਦੇ ਹਾਂ, ਵੀ ਪਤਾ ਹੀ ਨਹੀਂ ਵੀ ਕਿਹੜਾ ਠੀਕ ਹੈ ਕਿਹੜਾ ਗਲਤ ਹੈ, ਇਸ ਦਾ ਪਤਾ ਹੀ ਨਹੀਂ। ਤੇ ਕਈ ਵਾਰ ਪਤਾ ਹੈ ਪਰ ਜਾਣ ਕੇ ਕਰਦੇ ਹਾਂ। ਇਸ ਲਈ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਵੀ ਜਿਹੜੀ ਮੇਰੀ ਇੰਨੇ ਸਾਲਾਂ ਤੋਂ ਭਜਨਬੰਦਗੀ ਮੈਂ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ, ਆਤਮ ਤਰੱਕੀ ਨਹੀਂ ਹੋਈ। ਇਹਦਾ ਮਤਲਬ ਜ਼ਰੂਰ ਅੰਦਰ ਕੋਈ ਨੁਕਸ ਹੈ, ਜ਼ਰੂਰ ਅੰਦਰ ਕੋਈ ਐਸਾ ਸੀ ਸਾਡੀ ਸੋਚ ਹੈ, ਸਾਡਾ ਕਰਮ ਹੈ ਜਿਹੜਾ ਗੁਰਬਾਣੀ ਦੇ ਵਿਰੁੱਧ ਹੈ। ਜੋ ਕਰਮ ਵੀ ਗੁਰਬਾਣੀ ਦੇ ਵਿਰੁੱਧ ਹੋਵੇਗਾ, ਜਿਹੜੀ ਸੋਚ ਵੀ ਗੁਰਬਾਣੀ ਦੇ ਵਿਰੁੱਧ ਹੋਵੇਗੀ, ਉਹ ਸਾਡੀ ਆਤਮਿਕ ਤਰੱਕੀ ਨਹੀਂ ਹੋਣ ਦੇਵੇਗੀ, ਚਾਹੇ 10 ਜਨਮ ਕੋਈ ਲੱਗਾ ਰਹੇ। ਮਿਹਨਤ ਵੀ ਬਹੁਤ ਕੀਤੀ, ਕਹਿੰਦਾ ਇੰਨੀ ਘਾਲਣਾ ਕਰ ਲਈ ਕਿ ਆਪਣੇ ਆਪ ਨੂੰ ਮਹਿੰਦੀ ਵਾਂਗ ਬਰੀਕ ਕਰ ਲਿਆ। ਪਰ ਜਿਹਦੇ ਲਈ ਮਹਿੰਦੀ ਵਾਂਗ ਬਰੀਕ ਹੋਇਆ, ਉਸ ਪਰਮਾਤਮਾ ਨੇ ਤਾਂ ਬਾਤ ਹੀ ਨਹੀਂ ਪੁੱਛੀ। ਉਹਨੇ ਤੇ ਕਦੇ ਪੈਰਾਂ 'ਤੇ ਨਹੀਂ ਲਾਈ, ਝਲੱਤਾਂ 'ਤੇ ਤਾਂ ਕੀ ਲਾਣੀ ਸੀ, ਪੈਰਾਂ 'ਤੇ ਲਾ ਲੈਂਦੇ, ਨਹੀਂ ਲਾਈ। ਇਹਦਾ ਮਤਲਬ ਹੈ ਕਿਤੇ ਨੁਕਸ ਰਹਿ ਗਿਆ ਹੈ। ਆਪਣੇ ਅੰਦਰ ਝਾਤੀ ਮਾਰ ਕੇ ਉਸ ਨੁਕਸ ਨੂੰ ਦੂਰ ਕਰਨਾ ਚਾਹੀਦਾ। ਪਰਮਾਤਮਾ ਨਾਲ ਨਹੀਂ ਨਾਰਾਜ਼ ਹੋਣਾ ਚਾਹੀਦਾ ਕਿ ਅਸੀਂ ਇੰਨੇ ਸਾਲਾਂ ਤੋਂ ਤੇਰੀ ਭਜਨਬੰਦਗੀ ਕਰ ਰਹੇ ਹਾਂ, ਸਾਡੀ ਗੱਲ ਨਹੀਂ ਬਣ ਰਹੀ। ਉਹਦੇ ਨਾਲ ਨਹੀਂ ਨਾਰਾਜ਼ ਹੋਣਾ। ਜੇ ਅਸੀਂ ਨਾਰਾਜ਼ ਹੋ ਗਏ, ਅਸੀਂ ਉਹਦਾ ਕੀ ਵਿਗਾੜ ਦਾਂਗੇ। ਗੁਰਬਾਣੀ ਲਿਖਿਆ, ਜਿਸ ਠਾਕਰ ਸੋ ਨਾਹੀ ਚਾਰਾ, ਚਾਰਾ ਹੁੰਦਾ ਜ਼ੋਰ। ਜਿਸ ਮਾਲਕ 'ਤੇ ਜ਼ੋਰ ਨਹੀਂ ਚੱਲਦਾ, ਤਾਕੋ ਕੀਜੈ ਸਦ ਨਮਸਕਾਰ। ਹੁਣ ਤਾਂ ਹਮੇਸ਼ਾ ਨਮਸਕਾਰ ਕਰਨੀ ਚਾਹੀਦੀ। ਪਰਮਾਤਮਾ ਉੱਤੇ ਸਾਡਾ ਜ਼ੋਰ ਨਹੀਂ ਚੱਲਦਾ। ਉਹਦੇ ਅੱਗੇ ਤਾਂ ਬੇਨਤੀ ਹੋ ਸਕਦੀ ਹੈ, ਉਹਦੇ ਅੱਗੇ ਅਰਦਾਸ ਹੋ ਸਕਦੀ ਹੈ। ਉਹਨੂੰ ਬੇਨਤੀ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰੋ, ਬੜੇ ਸਾਲ ਹੋ ਗਏ ਨੇ ਭਜਨ ਬੰਦਗੀ ਕਰਦੇ ਹੋ, ਮੇਰਾ ਮਨ ਸਾਫ਼ ਕਰੋ, ਮੇਰੇ ਅੰਦਰ ਜਿਹੜਾ ਕੋਈ ਨੁਕਸ ਹੈ ਉਹ ਕਿਰਪਾ ਕਰੋ, ਉਹਨੂੰ ਦੂਰ ਕਰੋ। ਆਪ ਨੂੰ ਪਤਾ ਲੱਗ ਜੇ, ਆਪ ਦੂਰ ਕਰ ਲਓ। ਨਹੀਂ ਸਮਝ ਆ ਰਹੀ, ਤੁਸੀਂ ਸੋਚ ਰਹੇ ਹੋ ਨਹੀਂ ਯਾਰ ਮੇਰੇ ਸਾਰੇ ਕਰਮ ਗੁਰਬਾਣੀ ਅਨੁਸਾਰ ਨੇ, ਫਿਰ ਉਹਦੇ ਅੱਗੇ ਅਸੀਂ ਬੇਨਤੀ ਕਰਨੀ ਹੈ। ਉਹਦੇ ਅੱਗੇ ਫਿਰ ਬੇਨਤੀ ਕੀਤੀ ਜਾਂਦੀ ਹੈ। ਅੱਗੇ ਕਹਿੰਦੇ ਕਬੀਰ, ਜਿਹ ਦਰ ਆਵਤ ਜਾਤੇ ਹੋ, ਆਹਦ ਟਿੱਪੀ ਲਾ ਕੇ ਬੋਲਣਾ, ਆਵਤ ਆਉਂਦੇ ਹਾਂ, ਜਾਤੇ ਹੋ ਜਾਂਦੇ ਹਾਂ। ਕਬੀਰ ਜਿਹ ਦਰ ਆਵਤ ਜਾਤੇ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ, ਜੋ ਦਰ ਐਸਾ ਹੋਏ। ਕਬੀਰ ਸਾਹਿਬ ਕਹਿੰਦੇ, ਜਿਸ ਦਰ 'ਤੇ ਆਉਣ ਜਾਣ 'ਚ ਕੋਈ ਰੋਕਦਾ ਹੀ ਨਹੀਂ ਹੈ, ਵੀ ਆਓ ਜਾਓ, ਖੁੱਲ੍ਹੇ। ਹੁਣ ਜੇ ਹਰਿਮੰਦਰ ਸਾਹਿਬ ਹੈ, ਜਦੋਂ ਪੰਚਮ ਪਾਤਸ਼ਾਹ ਨੇ ਬਣਾਇਆ,
ਤਾਂ ਉਹਨਾਂ ਦੇਖਿਆ ਵੀ ਮੰਦਰਾਂ ਦੇ ਵਿੱਚ ਨੀਵੀਂ ਜਾਤ ਵੱਲ ਜਾਣ ਦੀ ਆਗਿਆ ਹੀ ਨਹੀਂ ਹੈਗੀ। ਇਸ ਨੂੰ ਰੋਕਦੇ ਨਾ ਫਿਰ। ਉਹਨੇ ਕਿਹਾ ਨਹੀਂ, ਅਸੀਂ ਐਸਾ ਹਰੀ ਮੰਦਰ ਤਿਆਰ ਕਰ ਰਹੇ ਹਾਂ ਜਿਸ ਹਰ ਕੋਈ ਆ ਸਕਦਾ ਹੈ, ਕੋਈ ਰੋਕ ਟੋਕ ਨਹੀਂ। ਇਸ ਲਈ 4 ਦਰਵਾਜ਼ੇ ਰੱਖਦੇ, ਪੂਰਬ ਵੱਲੋਂ ਆਓ, ਪੱਛਮ ਵੱਲੋਂ ਆਓ, ਉੱਤਰ ਵੱਲੋਂ ਆਓ, ਦੱਖਣ ਵੱਲੋਂ ਆਓ, ਬ੍ਰਾਹਮਣ ਆਓ, ਖੱਤਰੀ ਆਓ, ਵੈਸ਼ ਆਓ, ਸ਼ੂਦਰ ਆਓ, ਹਿੰਦੂ ਆਓ, ਮੁਸਲਮਾਨ ਆਓ, ਸਿੱਖ ਆਓ, ਕੋਈ ਆਓ, ਕੋਈ ਰੋਕ ਟੋਕ ਨਹੀਂ। ਕਹਿੰਦੇ ਇਹੋ ਜਿਹੇ ਦਰ ਨੂੰ ਨਹੀਂ ਛੱਡਣਾ ਚਾਹੀਦਾ। ਸੋ ਦਰ ਕੈਸੇ ਛੋੜੀਏ, ਇਹੋ ਜਿਹੇ ਦਰ ਨੂੰ ਕਿਵੇਂ ਛੱਡ ਸਕਦੇ ਹਾਂ? ਜੋ ਦਰ ਐਸਾ ਹੋਏ, ਜਿਹੜਾ ਦਰ ਇਹੋ ਜਿਹਾ ਹੈ ਜਿੱਥੇ ਆਉਣ ਜਾਣ ਤੋਂ ਕੋਈ ਰੋਕਦਾ ਹੀ ਨਹੀਂ ਹੈ, ਉਹ ਦਰ ਕਹਿੰਦੇ ਨਹੀਂ ਛੱਡਣਾ ਚਾਹੀਦਾ। ਸੋ ਇਸ ਲਈ ਆਪਣੇ ਜਿੰਨੇ ਵੀ ਗੁਰਦੁਆਰੇ ਦੇ ਬਹੁਤ ਸਾਰੇ ਮੰਦਰਾਂ ਨੂੰ ਇੱਕੋ ਪਾਸੇ ਦਰਵਾਜ਼ਾ ਹੈ, ਬਾਹਰ ਨਿਕਲਣੇ ਹੋਰ ਕੋਈ ਨਹੀਂ, ਇੱਕੋ ਹੀ ਹੈ ਬਸ। ਉਹਦੇ ਰਾਹੀਂ ਅੰਦਰ ਜਾਣਾ, ਉਹਦੇ ਰਾਹੀਂ ਬਾਹਰ ਨਿਕਲਣਾ, ਇੱਕੋ ਹੀ ਦਰਵਾਜ਼ਾ। ਕਈ ਥਾਵਾਂ 'ਤੇ ਔਰਤਾਂ ਨੂੰ ਨਹੀਂ ਜਾਣ ਦਿੰਦੇ। ਔਰਤਾਂ ਸੰਘਰਸ਼ ਕਰਦੀਆਂ ਹਿੰਦੁਸਤਾਨ 'ਚ ਵੀ ਫਲਾਣਾ ਮੰਦਰ ਖੋਲ੍ਹੋ, ਅਸੀਂ ਮੱਥਾ ਟੇਕਣਾ, ਨਹੀਂ ਜਾਣ ਦਿੰਦੇ, ਉੱਥੇ ਨਹੀਂ ਜਾਣ ਦਿੰਦੇ। ਜੇ ਮਸੀਤ ਹੈ, ਔਰਤਾਂ ਨੂੰ ਨਹੀਂ ਨਮਾਜ਼ ਪੜ੍ਹਨ ਦਿੰਦੇ। ਕਈ ਥਾਵਾਂ ਤੁਸੀਂ ਕਿਤੇ ਨਮਾਜ਼ ਪੜ੍ਹਦੇ ਦੇਖਿਓ ਈਦ ਨੂੰ, ਬੰਦੇ ਹੀ ਬੰਦੇ ਤੁਹਾਨੂੰ ਦਿਸਣਗੇ ਮਸੀਤ 'ਚ। ਕਈ ਟੀ ਵੀ 'ਤੇ ਵਿਖਾਉਂਦੇ ਨਾ, ਬੰਦੇ ਹੀ ਬੰਦੇ ਦਿਸਣਗੇ। ਇਹ ਤਾਂ ਗੁਰੂ ਦਾ ਦਰ ਹੀ ਐਸਾ ਹੈ ਜਿੱਥੇ ਕੋਈ ਰੋਕ ਟੋਕ ਨਹੀਂ, ਜਿਹਦੀ ਮਰਜ਼ੀ ਆਓ। ਹੁਣ ਜਿਵੇਂ ਤੁਸੀਂ ਜੇ ਮੱਕੇ ਜਾਣਾ, ਤੁਸੀਂ ਉਹਨਾਂ ਦਾ ਜਿਹੜਾ ਕਾਬਾ ਹੈ, ਜਿਹੜੀ ਉਹਨਾਂ ਦੀ ਮੁੱਖ ਮਸੀਤ ਹੈ, ਜਿਵੇਂ ਅੰਮ੍ਰਿਤਸਰ ਤਾਂ ਸ਼ਹਿਰ ਦਾ ਨਾਮ ਹੈ ਨਾ, ਅਤੇ ਸਾਡਾ ਕਾਬਾ ਹਰਿਮੰਦਰ ਸਾਹਿਬ ਹੈ। ਇਸ ਲਈ ਮੱਕਾ ਸ਼ਹਿਰ ਦਾ ਨਾਮ ਹੈ। ਜਿਹੜੀ ਮੁਸਲਮਾਨਾਂ ਦੀ ਮੁੱਖ ਮਸੀਤ ਔਰ ਕਹਿੰਦੇ ਕਾਬਾ, ਉੱਥੇ ਮੁਸਲਮਾਨ ਤੋਂ ਬਿਨਾਂ ਅੰਦਰ ਕੋਈ ਜਾ ਹੀ ਨਹੀਂ ਸਕਦਾ। ਪਹਿਲਾਂ ਉੱਥੇ ਸਹੁੰ ਚੱਕਣੀ ਪੈਂਦੀ ਹੈ ਕੁਰਾਨ 'ਤੇ ਕਿ ਮੈਂ ਮੁਸਲਮਾਨ ਹਾਂ, ਤਾਂ ਤੁਸੀਂ ਜਾ ਸਕਦੇ ਹੋ। ਜੇ ਉਹਨਾਂ ਨੂੰ ਡਾਊਟ ਹੋ ਜਾਏ, ਉਹ ਤੁਹਾਡੇ ਕੱਪੜੇ ਲੁਹਾ ਕੇ ਨਾ ਤੁਹਾਨੂੰ ਚੈੱਕ ਕਰ ਸਕਦੇ ਕਿ ਤੁਹਾਡੀ ਸੁੰਨਤ ਹੋਈ ਹੈ। ਜੇ ਤੁਹਾਡੀ ਸੁੰਨਤ ਨਹੀਂ ਹੋਈ, ਤੁਹਾਨੂੰ ਮੁਸਲਮਾਨ ਮੰਨਦੇ ਹੀ ਨਹੀਂ ਹੋ। ਵੀ ਮੇਰੇ ਵਰਗਾ ਵੇਖਣਾ ਚਾਹੁੰਦਾ ਹੈ ਵੀ ਇਹ ਯਾਰ ਦੇਖੇ ਇਸ ਅੰਦਰ ਕੀ ਹੈ, ਵੀ ਚੱਲ ਮੁਸਲਮਾਨਾਂ ਵਾਲੇ ਕੱਪੜੇ ਪਾ ਲਓ ਅਤੇ ਕਹਿ ਦਿਓ ਉੱਥੇ ਹਾਂਜੀ ਵੀ ਮੈਂ ਮੁਸਲਮਾਨ ਹਾਂ ਜੀ। ਅਗਰ ਉਹਨਾਂ ਨੂੰ ਡਾਊਟ ਹੋ ਜਾਏ, ਉਹ ਕੱਪੜੇ ਲਵਾ ਲੈਂਦੇ ਨੇ। ਮੁਸਲਮਾਨ ਤੋਂ ਬਿਨਾਂ ਕੋਈ ਵੀ ਕਾਬੇ ਦੇ ਅੰਦਰ ਨਹੀਂ ਜਾ ਸਕਦਾ। ਹਾਲਾਂਕਿ ਇੰਨਾ ਸੰਸਾਰ ਐਡਵਾਂਸ ਹੋ ਗਿਆ ਹੁਣ ਤੱਕ ਵੀ ਨਹੀਂ। ਜੇ ਤੁਸੀਂ ਸਿੱਖ ਲਿਖਾਉਂਦੇ ਨਾ, ਤੁਹਾਨੂੰ ਸਾਊਦੀ ਅਰਬ 'ਚ ਵੜਨ ਨਹੀਂ ਦਿੰਦੇ। ਆਹ ਜਿੰਨੇ ਮੁੰਡੇ ਜਾਂਦੇ ਨੇ ਸਿੱਖੀ ਸਰੂਪ 'ਚ ਕੋਈ ਨਹੀਂ ਹੈਗਾ। ਸਾਊਦੀ ਅਰਬ ਦੇਸ਼ ਦਾ ਨਾਮ ਹੈ, ਮੱਕਾ ਸ਼ਹਿਰ ਦਾ ਨਾਮ ਹੈ। ਸਾਊਦੀ ਅਰਬ ਦੇ ਵਿੱਚ ਤੁਹਾਨੂੰ ਕੋਈ ਸਿੱਖ ਨਹੀਂ ਦਿਸਦਾ, ਉਹ ਵੜਨ ਨਹੀਂ ਦਿੰਦੇ। ਵੀ ਇਹਨਾਂ ਕਹਿਣਾ ਸਾਡੇ ਗੁਰੂ ਨਾਨਕ ਦੇਵ ਜੀ ਆਏ, ਉਹਨਾਂ ਇਸੇ ਜਿਹੜਾ ਮੱਕਾ ਘੁਮਾਇਆ, ਅਸੀਂ ਇੱਥੇ ਗੁਰਦੁਆਰਾ ਬਣਾਉਣਾ। ਉਹ ਵੜਦੇ ਹੀ ਨਹੀਂ ਦਿੰਦੇ ਸਿੱਖਾਂ ਨੂੰ। ਹਿੰਦੂ ਲਿਖਾਉਣਾ ਪੈਂਦਾ ਤੁਹਾਨੂੰ ਜੇ ਉੱਥੇ ਜਾਣਾ। ਤੁਸੀਂ ਜੇ ਉੱਥੇ ਜਾ ਕੇ ਕੰਮ ਕਰਨਾ ਨਾ, ਜੇ ਮਜ਼ਦੂਰੀ ਕਰਦੇ ਲੋਕ ਜਾ ਕੇ, ਉੱਥੇ ਸਿੱਖਣ ਨਹੀਂ ਜਾਣ ਦਿੰਦੇ। ਮਸੀਤ ਤਾਂ ਮੁਸਲਮਾਨ ਤੋਂ ਬਿਨਾਂ ਕਿਸੇ ਨੂੰ ਵੜਨ ਨਹੀਂ ਦਿੰਦੇ। ਸੋ ਇਸ ਲਈ ਇਹ ਤਾਂ ਗੁਰੂ ਨਾਨਕ ਦਾ ਦਰ ਹੈ, ਜਿੱਥੇ ਆਉਣ ਜਾਣ ਤੋਂ ਕੋਈ ਨਹੀਂ ਹਟਕਦਾ, ਕੋਈ ਨਹੀਂ ਰੋਕਦਾ। ਕਹਿੰਦੇ ਜਿੱਥੇ ਆਉਣ ਜਾਣ ਤੋਂ ਕੋਈ ਰੋਕਦੇ ਨਹੀਂ, ਕਬੀਰ ਸਾਹਿਬ ਕਹਿੰਦੇ ਫਿਰ ਇਹੋ ਜਿਹਾ ਦਰ ਨਹੀਂ ਛੱਡਣਾ ਚਾਹੀਦਾ। ਮੈਂ ਇਹੋ ਜਿਹਾ ਦਰ ਨਹੀਂ ਛੱਡਾਂਗਾ। ਅੱਗੇ ਕਬੀਰ ਡੂਬਾ ਥਾ ਪੈ ਉਭਰਿਓ, ਗੁਣ ਕੀ ਲਹਿਰ ਝਬਕ। ਇਹਨੂੰ ਝਬਕ ਪੜ੍ਹਨਾ ਬੱਬੇ ਤੇ ਅਧਿਕ ਲਾ ਕੇ।
ਝਬਕ ਨਹੀਂ ਪੈਣਾ, ਝਬਕ। ਪਾਣੀ ਦੀ ਜਿਹੜੀ ਛੱਲ ਹੁੰਦੀ ਉਹ ਛਾਲਾ ਉੱਤੇ ਉਹਨੂੰ ਝਬਕ ਕਹਿੰਦੇ ਨੇ। ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿਓ ਹੁਣ ਫਰਕ। ਇਹਨੂੰ ਫਰਕ ਨਹੀਂ ਪੜਨਾ, ਫਰਕ ਰਾਰੇ ਤੇ ਅਦਕ ਲੱਗ ਪੜਨਾ, ਤੁਰੰਤ, ਇੱਕਦਮ। ਕਬੀਰ ਸਾਹਿਬ ਕਹਿੰਦੇ ਇਸ ਸੰਸਾਰ ਸਮੁੰਦਰ ਦੇ ਵਿੱਚ ਨਾ ਮੈਂ ਡੁੱਬ ਰਿਹਾ ਸੀ। ਕਬੀਰ ਡੂਬਾ ਥਾ, ਮੈਂ ਡੁੱਬ ਰਿਹਾ ਸੀ। ਕਿਉਂ ਡੁੱਬ ਰਿਹਾ ਸੀ? ਸੰਸਾਰ ਸਮੁੰਦਰ ਕਿਉਂ ਡੁੱਬ ਰਿਹਾ ਸੀ? ਇਹ ਨਹੀਂ ਕਿ ਤਰਨਾ ਨਹੀਂ ਸੀ ਆਉਂਦਾ, ਨਹੀਂ। ਇੱਥੇ ਡੁੱਬਣ ਦਾ ਭਾਵ ਹੈ ਮੇਰੇ ਅੰਦਰ ਬੁਰਾਈਆਂ ਸਨ, ਮੈਂ ਬੁਰਾਈਆਂ ਕਰਨੇ ਸੰਸਾਰ ਸਮੁੰਦਰ ਡੁੱਬ ਰਿਹਾ ਸੀ। ਗੁਣ ਕੀ ਲਹਿਰ ਝਬਕ ਪੈ ਉਭਰਿਓ, ਡੁੱਬ ਰਿਹਾ ਸੀ, ਪੈ ਉਭਰਿਓ, ਪਰ ਬਚ ਗਿਆ। ਕਿਵੇਂ ਬਚ ਗਿਆ? ਗੁਣ ਕੀ ਲਹਿਰ ਝਬਕ, ਗੁਣਾਂ ਦੀ ਲਹਿਰ ਆਈ, ਉਹਨੇ ਐਸਾ ਉਛਾਲਾ ਮਾਰਿਆ, ਮੈਨੂੰ ਕੰਢੇ 'ਤੇ ਲਾਤਾ। ਕਿਵੇਂ ਬਚ ਗਿਆ? ਕਾਹਦੇ ਕਰ ਵਗਾ? ਗੁਣ ਕੀ ਲਹਿਰ, ਗੁਣਾਂ ਕਾਰਨ। ਇਸ ਆਪਣੇ ਸੰਸਾਰ ਨੂੰ, ਜਿਸ ਆਪਾਂ ਸੰਸਾਰ ਇਹਨੂੰ ਗੁਰੂ ਬਣ ਗਏ ਸੰਸਾਰ ਸਮੁੰਦਰ। ਇਹ ਸੰਸਾਰ ਸਮੁੰਦਰ 'ਚ ਬੁਰਾਈਆਂ ਹੀ ਬੁਰਾਈਆਂ ਨੇ। ਆਲੇ ਦੇ ਨਾਲ ਨਿਗਾਹ ਮਾਰ ਕੇ ਵੇਖ ਲਓ। ਚੋਰ, ਡਾਕੂ, ਲਟੇਰੇ, ਠੱਗ, ਬਦਮਾਸ਼, ਨਸ਼ਈ, ਬਲਾਤਕਾਰ, ਪਤਾ ਨਹੀਂ ਕੌਣ ਕੌਣ ਨੇ, ਰਿਸ਼ਵਤਖੋਰ, ਮਿਲਾਵਟਖੋਰ, ਘਪਲੇਬਾਜ਼, ਕਾਤਲ, ਗੈਂਗਸਟਰ, ਪਤਾ ਨਹੀਂ ਕੌਣ ਕੌਣ ਨੇ। ਇੱਥੇ ਕਿੰਨਾ ਕੁਛ ਦੇਖੋ, ਅਖਬਾਰਾਂ ਰੋਜ਼ ਪੜ੍ਹਦੇ ਹੋ। ਬੁਰਾਈਆਂ ਹੀ ਬੁਰਾਈਆਂ ਨੇ। ਕਦੇ ਇਹਨਾਂ ਬੁਰਾਈਆਂ 'ਚ ਮੈਂ ਲੱਗਾ ਸੀ ਡੁੱਬਣ, ਪਰ ਕੋਈ ਨਾ ਕੋਈ ਗੁਣ ਸਾਹਮਣੇ ਆ ਗਿਆ। ਉਸ ਗੁਣ ਨੇ ਛੱਲ ਬਣ ਕੇ ਮੈਨੂੰ ਧੱਕਾ ਮਾਰੇ ਦੇ ਕੰਢੇ ਲਾਤਾ। ਭਾਵ ਗੁਣ ਹੀ ਸਾਨੂੰ ਬਚਾ ਸਕਦੇ ਨੇ ਸੰਸਾਰ ਸਮੁੰਦਰ ਤੋਂ। ਇੱਥੇ ਬੁਰਾਈਆਂ ਹੀ ਬੁਰਾਈਆਂ ਨੇ। ਇੱਥੇ ਕੌਣ ਬਚੇਗਾ? ਜੋ ਗੁਣਵਾਨ ਹੈ, ਜੋ ਗੁਣਵਾਨ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ। ਕਈ ਵਾਰੀ ਸਾਡੀ ਮਿੱਤਰਤਾ ਪੈ ਜਾਂਦੀ, ਸਾਨੂੰ ਨਹੀਂ ਪਤਾ ਹੁੰਦਾ। ਜਦੋਂ ਪਤਾ ਲੱਗ ਜਾਏ ਇਹ ਬੰਦਾ ਠੀਕ ਨਹੀਂ ਹੈ, ਇਹ ਮੇਰਾ ਦੋਸਤ ਮਾੜੇ ਪਾਸੇ ਜਾਂਦਾ, ਮਾੜੇ ਕੰਮ ਕਰਦਾ, ਦੋਸਤੀ ਛੱਡ ਦੇਣੀ ਚਾਹੀਦੀ। ਇੱਕਦਮ ਵੀ ਛੱਡਣ ਦੀ ਲੋੜ ਨਹੀਂ। ਆਉਣਾ ਜਾਣਾ ਬੰਦ ਕਰ ਦਿਓ, ਆਉਣਾ ਜਾਣਾ ਬੰਦ ਕਰ ਦਿਓ। ਕਿਤੇ ਮਿਲ ਪਿਆ, ਸਤਿ ਸ੍ਰੀ ਅਕਾਲ ਹੋਈ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਹੈ। ਉਹ ਯਾਰ ਤੂੰ ਕਦੇ ਆਇਆ ਨਹੀਂ, ਉਹ ਯਾਰ ਵੇਲ ਹੀ ਨਹੀਂ ਮਿਲਦੀ ਹੈ। ਜਦੋਂ ਵੇਲ ਮਿਲੀ ਆਵਾਂਗਾ ਮੈਂ। ਹੌਲੀ ਹੌਲੀ ਬੰਦ ਕਰ ਦੋਗੇ, ਅਗਲਾ ਬੰਦ ਕਰ ਦੇਗਾ। ਰਿਸ਼ਤੇਦਾਰੀ, ਦੋਸਤੀ ਤਾਂ ਹੀ ਵੱਧਦੀ ਹੈ ਜੇ ਆਪਾਂ ਮਿਲਦੇ ਗਿਲਦੇ ਰਹੀਏ। ਮੰਨ ਲਓ ਆਪਾਂ ਮਿਲਦੇ ਗਿਲਦੇ ਹੀ ਨਹੀਂ ਤੇ ਦੋਸਤੀ ਰਿਸ਼ਤੇਦਾਰੀ ਹੌਲੀ ਹੌਲੀ ਖਤਮ ਹੋ ਜਾਏਗੀ। ਪਤਾ ਲੱਗ ਜਾਏ ਕਿ ਮੇਰਾ ਜਿਹੜਾ ਰਿਸ਼ਤੇਦਾਰ ਮੈਂ ਬਣਾਇਆ ਹੈ ਇਹ ਤਾਂ ਕੁਸੰਗੀ ਹੈ। ਠੀਕ ਹੈ, ਮੂੰਹ ਦੀ ਵਿਗਾੜਨ ਦੀ ਲੋੜ ਨਹੀਂ ਹੁੰਦੀ। ਤੁਸੀਂ ਕਹੋ ਕਿਉਂ? ਸਿਆਣੇ ਕਹਿੰਦੇ ਨੇ ਕਈ ਵਾਰੀ ਖੋਟਾ ਪੈਸਾ ਵੀ ਕੰਮ ਆ ਜਾਂਦਾ। ਮੰਨ ਲਓ ਤੁਹਾਡਾ ਐਕਸੀਡੈਂਟ ਹੋ ਗਿਆ, ਠੀਕ ਹੈ, ਤੁਹਾਡਾ ਕਿਸ ਸਮੇਂ ਮਿੱਤਰ ਸੀ, ਪਰ ਤੁਹਾਡੀ ਲੜਾਈ ਨਹੀਂ ਹੋਈ, ਤੁਸੀਂ ਹੌਲੀ ਹੌਲੀ ਆਉਣਾ ਜਾਣਾ ਬੰਦ ਕਰ ਦਿੱਤਾ ਹੈ, ਪਰ ਬੋਲ ਚਾਲ ਹੈ। ਉਹ ਤੁਹਾਨੂੰ ਵੇਖ ਕੇ ਉਸ ਤੁਹਾਨੂੰ ਚੱਕ ਕੇ ਹਸਪਤਾਲ ਲੈ ਜੇ। ਤੁਹਾਡੀਆਂ ਨਜ਼ਰਾਂ 'ਚ ਖੋਟਾ ਪੈਸਾ ਸੀ, ਪਰ ਕਈ ਵਾਰੀ ਸਿਆਣੇ ਖੋਟਾ ਪੈਸਾ ਵੀ ਕੰਮ ਆ ਜਾਂਦਾ। ਮੂੰਹ ਦੀ ਨਹੀਂ ਵਿਗਾੜੀ ਦੀ ਹੁੰਦੀ, ਮੂੰਹ ਦੀ ਨਹੀਂ ਵਿਗਾੜੀ ਦੀ ਹੁੰਦੀ। ਠੀਕ ਹੈ, ਵਰਤ ਵਿਹਾਰ ਬੰਦ ਕਰ ਦਿਓ। ਕੁਸੰਗੀਆਂ ਨਾਲ ਜਿਹਨਾਂ ਦੀ ਮਾੜੀਆਂ ਆਦਤਾਂ ਨੇ, ਪਹਿਲਾਂ ਮੰਨ ਲਓ ਆਪਣਾ ਪਤਾ ਨਹੀਂ ਸੀ, ਆਉਣ ਜਾਣ ਸੀ, ਪ੍ਰੇਮ ਸੀ, ਹੌਲੀ ਹੌਲੀ ਪਤਾ ਲੱਗਦਾ ਇੱਕ ਦੂਜੇ ਦਾ ਵੀ ਨਹੀਂ, ਇਹ ਠੀਕ ਨਹੀਂ ਹੈਗਾ। ਜੇ ਮੈਂ ਇਹਦੇ ਨਾਲ ਫਿਰਿਆ ਤੁਰਿਆ ਮੇਰੀ ਵੀ ਬਦਨਾਮੀ ਹੋ ਸਕਦੀ ਹੈ। ਇਹ ਫੜਿਆ ਗਿਆ ਨਾਲ ਮੈਨੂੰ ਵੀ ਕੁੱਟ ਪਵੇਗੀ। ਮੰਨ ਲਓ ਤੁਸੀਂ ਆਪਣੇ ਦੋਸਤ ਨਾਲ ਤੁਰੇ ਜਾ ਰਹੇ ਹੋ, ਉਹਦੀ ਕਿਸੇ ਨਾਲ ਦੁਸ਼ਮਣੀ ਹੈ, ਤੁਹਾਨੂੰ ਨਹੀਂ ਪਤਾ,
ਉਹ ਅੱਗੋਂ ਮਿਲ ਪਏ ਨੇ, ਉਹਨਾਂ ਦੀ ਲੜਾਈ ਹੋ ਪੈਂਦੀ ਹੈ, ਲੜਾਈ ਹੋ ਪੈਂਦੀ। ਤੁਹਾਨੂੰ ਫਿਰ ਆਪਣੇ ਦੋਸਤ ਲਈ ਕੁਛ ਕਰਨਾ ਤਾਂ ਪਏਗਾ ਨਾ, ਅਤੇ ਉਹਨੇ ਤੁਹਾਡਾ ਨਾਮ ਵਿੱਚ ਲਿਖਾ ਦੇ, ਭਾਵੇਂ ਤੁਸੀਂ ਨਹੀਂ ਵੀ, ਤੁਸੀਂ ਭਾਵੇਂ ਛਡਾਉਂਦੇ ਰਹੇ, ਲੜੇ ਨਹੀਂ, ਤੁਸੀਂ ਛਡਾਉਂਦੇ ਰਹੇ ਪਏ, ਤੁਸੀਂ ਨਾ ਲੜੋ। ਉਸ ਦੁਸ਼ਮਣ ਨੇ ਜਿੱਥੇ ਤੁਹਾਡੇ ਦੋਸਤ ਦਾ ਨਾਂ ਲਿਖਾਉਣਾ, ਪੁਲਿਸ ਵਾਲੇ ਤੁਹਾਡੇ ਵਿੱਚ ਹੀ ਲਿਖਾ ਦੇਣਾ। ਇਹ ਕਈ ਵਾਰ ਤੁਸੀਂ ਦੇਖਿਆ ਦਾਣਿਆਂ 'ਚ ਕੀੜੇ ਪੈ ਜਾਂਦੇ ਨੇ, ਪਿਹਾਉਣ ਆਪਾਂ ਦਾਣੇ ਗਏ ਹਾਂ, ਦਾਣੇ ਪੀਹੇ ਜਾ ਰਹੇ ਨੇ, ਵਿੱਚ ਜਿਹੜੇ ਕੀੜੇ ਉਹ ਵੀ ਪੀਹੇ ਜਾ ਰਹੇ ਨੇ, ਉਹ ਵੀ ਪੀ ਜਾਣ। ਕਿਉਂ? ਉਹਨੇ ਕਿਉਂ ਦਾਣੇ ਦੀ ਸੰਗਤ ਕੀਤੀ ਬਈ? ਉਹਨੂੰ ਨਹੀਂ ਸੀ ਪਤਾ ਵੀ ਇਹ ਦਾਣੇ ਪਿਹਾਣੇ ਨੇ, ਇਹਨੇ ਕਣਕ ਪਿਹਾਉਣੀ, ਆਟਾ ਬਣਾ ਕੇ ਖਾਣੀ ਹੈ, ਅਤੇ ਮੈਂ ਇਹਦੇ ਨਾਲ ਕਣਕ ਦੇ, ਜੇ ਕਣਕ ਦੇ ਵਿੱਚ ਵੜ ਗਿਆ ਮੈਂ, ਜਿਵੇਂ ਛੋਲਿਆਂ 'ਚ ਵੜ ਜਾਂਦੇ ਦਾਣੇ ਕੀੜੇ, ਉਹ ਨਾਲ ਹੀ ਪੀਸੇ ਜਾਂਦੇ ਨੇ, ਨਾਲ ਹੀ ਪੀਸੇ ਜਾਂਦੇ। ਜਦੋਂ ਬਾਬਰ ਨੇ ਹਮਲਾ ਕੀਤਾ ਅਹਿਮਦਾਬਾਦ 'ਤੇ, ਗੁਰੂ ਨਾਨਕ ਦੇਵ ਜੀ ਉੱਥੇ ਹੀ ਸਨ, ਭਾਈ ਲਾਲੋ ਦੇ ਘਰ ਠਹਿਰੇ ਹੋਏ। ਗੁਰੂ ਨਾਨਕ ਦੇਵ ਨੂੰ ਪਤਾ ਸੀ ਕਿ ਕੱਲ੍ਹ ਨੂੰ ਬਾਬਰ ਨੇ ਹਮਲਾ ਕਰਨਾ ਅਹਿਮਦਾਬਾਦ 'ਤੇ, ਭਾਈ ਲਾਲੋ ਵੀ ਉੱਥੇ ਰਹਿੰਦੇ ਨੇ। ਉਹਨਾਂ ਲਾਲੋ ਨੂੰ ਕਿਹਾ, ਭਾਈ ਲਾਲੋ ਤੂੰ ਆਪਣਾ ਪਰਿਵਾਰ ਅਤੇ ਚੱਜ ਦਾ ਕੀਮਤੀ ਸਮਾਨ ਗੱਡੇ 'ਤੇ ਲੱਦ, ਫਲਾਣੇ ਪਿੰਡ ਚਲੇ ਜਾ, ਜਦੋਂ ਅਸੀਂ ਤੈਨੂੰ ਬੁਲਾਵਾਂਗੇ ਉਦੋਂ ਆਈ, ਉਦੋਂ ਪਹਿਲਾਂ ਨਹੀਂ ਆਉਣਾ। ਉਹਨੇ ਹਾਰਕਾ ਗੁਰੂ ਨਾਨਕ ਦਾ ਸਿੱਖ ਸੀ, ਉਹਨੇ ਕਿਹਾ ਵੀ ਗੁਰੂ ਮਹਾਰਾਜ ਕਹਿੰਦੇ ਨੇ। ਉਹਨੇ ਆਪਣਾ ਕੀਮਤੀ ਸਮਾਨ ਜੋ ਸੀ ਉਹ ਆਪਣੇ ਪਰਿਵਾਰ ਦੇ ਜਿਹੜੇ ਮੈਂਬਰ ਸਨ ਉਹ ਗੱਡੇ 'ਤੇ ਲੱਦੇ, ਜਿਹੜੇ ਪਿੰਡ ਕਿਹਾ ਸੀ ਉਸ ਪਿੰਡ ਚਲੇ ਗਿਆ, ਨਾਲ ਕਿ ਜਿੰਨੇ ਚਿਰ ਅਸੀਂ ਨਹੀਂ ਤੈਨੂੰ ਕਹਿੰਦੇ ਉਹਨੇ ਚਿਰ ਤੂੰ ਨਹੀਂ ਆਉਣਾ। ਅਤੇ ਅਗਲੇ ਦਿਨ ਬਾਬਰ ਨੇ ਹਮਲਾ ਕਰਤਾ, ਮਾਰ ਕਾਟ ਹੋਈ, ਬੁਰਾ ਹਾਲ ਹੋਇਆ, ਬੱਚਿਆਂ ਨੂੰ ਵੱਢਿਆ ਟੁੱਕਿਆ ਗਿਆ, ਔਰਤਾਂ ਦੀ ਬੇਪਤੀਆਂ ਕੀਤੀਆਂ ਗਈਆਂ, ਬੜਾ ਕੁਛ ਹੋਇਆ। ਬਾਅਦ 'ਚ ਮਰਦਾਨਾ ਜੀ ਕਹਿੰਦੇ ਵੀ ਬਾਬਾ ਜੀ ਇਹ ਜਿਹੜੇ ਇੱਥੋਂ ਦੇ ਰਾਜੇ ਜਾਗੀਰਦਾਰ ਸਨ, ਗਲਤੀਆਂ ਤਾਂ ਇਹਨਾਂ ਦੀਆਂ ਸਨ, ਇਹ ਆਮ ਲੋਕ ਕਿਉਂ ਮਾਰੇ ਗਏ? ਗੁਰੂ ਨਾਨਕ ਦੇਵ ਜੀ ਕਹਿੰਦੇ ਕੋਈ ਦਿਨ ਤੇਰੇ ਪ੍ਰਸ਼ਨ ਦਾ ਉੱਤਰ ਦੇਵਾਂਗੇ। ਚਲੋ ਕੁਝ ਦਿਨਾਂ ਬਾਅਦ ਸਾਰਾ ਕੋਈ ਸ਼ਾਂਤੀ ਹੋ ਗਈ। ਉਹਨਾਂ ਨੇ ਭਾਈ ਲਾਲੋ ਨੂੰ ਸੁਨੇਹਾ ਭੇਜਤਾ ਵੀ ਤੂੰ ਆ ਜਾ। ਉਹ ਆ ਕੇ ਰਹਿਣ ਲੱਗ ਕੇ ਦੇਖਿਆ ਵੀ ਸਭ ਕੁਝ ਬਰਬਾਦ ਹੋ ਗਿਆ ਹੈ, ਇਹ ਤਾਂ ਗੁਰੂ ਵਾਰ ਨੇ ਮੈਨੂੰ ਬਚਾਉਣਾ ਸੀ, ਇਸ ਲੁੱਟ ਤੋਂ ਵੀ ਬਚਾਉਣਾ ਸੀ, ਕਤਲੇਆਮ ਤੋਂ ਵੀ ਬਚਾਉਣਾ, ਤਾਂ ਮੈਨੂੰ ਕਹਿ ਤੂੰ ਫਲਾਣੇ ਪਿੰਡ ਚਲੇ ਗਏ। ਹੁਣ ਮਰਦਾਨਾ ਜੀ ਦੇ ਮਨ 'ਚ ਇਹ ਹੈ ਬਈ ਕਸੂਰ ਕਿਸੇ ਦਾ, ਦੂਜੇ ਐਵੇਂ ਮਰੇ ਗਏ ਨਾਲ ਨਹੀਂ ਮਰੇ। ਕਹਿੰਦੇ ਕੋਈ ਨਹੀਂ ਮਰਦਾਨਾ ਦੱਸਾਂਗੇ ਤੁਹਾਨੂੰ। ਕੋਈ ਦਿਨਾਂ ਬਾਅਦ ਗਰਮੀਆਂ ਦਾ ਮੌਸਮ ਸੀ, ਇੱਕ ਪਰਿਵਾਰ ਪਰੌਂਠੇ ਲੈ ਆਇਆ। ਗੁਰੂ ਮਹਾਰਾਜ ਕੁਦਰਤੀ ਨਾ ਉਹਨੂੰ ਕਹਿੰਦੇ ਵੀ ਮਰਦਾਨਾ ਜੀ ਮੈਂ ਤਾਂ ਛਕਣਾ ਨਹੀਂ, ਲਓ ਤੁਸੀਂ ਪਰੌਂਠੇ ਖਾਓ ਅੱਜ। ਉਹ ਕਿੱਕਰ ਦਾ ਦਰਖਤ ਹੈ, ਉਹਦੇ ਠਾ ਬਹਿ ਜਾਓ, ਖਾਓ ਪੀਓ। ਰੋਟੀ ਖਾਂਦਿਆਂ ਹੋਇਆਂ ਉਦੋਂ ਕਿਹੜਾ ਬਰਿਆਣਾ ਪਾਈਆਂ ਹੁੰਦੇ ਸੀ, ਗਰਮੀ ਦਾ ਮੌਸਮ ਸੀ, ਬੈਠੇ ਸਨ ਜੰਗਲ 'ਚ। ਉਹਨਾਂ ਨੇ ਆਪਣੇ ਕਬੀਜ਼ ਲਾਹੀ ਹੋਈ, ਮਰਦਾਨਾ ਜੀ ਨੇ ਖਾ ਰਹੇ ਪਰੌਂਠੇ। ਕੁਝ ਘਿਓ ਦੇ ਤੁਬਕੇ ਇੱਕ ਦੋ ਉਹਨਾਂ ਦੀ ਛਾਤੀ 'ਤੇ ਡਿੱਗ ਪਏ ਖਾਂਦਿਆਂ ਹੋਏ। ਖਾ ਪੀ ਕੇ ਗੁਰੂ ਮਹਾਰਾਜ ਕੇ ਮਰਦਾਨਾ ਜੀ ਆਰਾਮ ਕਰ ਲਓ, ਵਿੱਚੋਂ ਜਦੋਂ ਢਲ ਜਾਏਗਾ ਦਿਨ ਫਿਰ ਆਪਾਂ ਚੱਲਾਂਗੇ ਅੱਗੇ। ਨੀਂਦ ਆ ਗਈ ਮਰਦਾਨਾ ਜੀ, ਕੀੜੀਆਂ ਚੜ੍ਹ ਗਈ ਥਿੰਦੇ 'ਤੇ ਆ ਜਾਂਦੀ, ਕੀੜੀ ਮਿੱਠੇ 'ਤੇ ਥਿੰਦੇ ਆਉਂਦੀ। ਇੱਕ ਕੀੜੀ ਮਰਦਾਨਾ ਜੀ ਲੜ ਗਈ, ਮਤਲਬ ਉੱਬੜ ਵਾਹੇ ਐ ਹੱਥ ਪੈਰ ਤਾਂ ਛਾਤੀ 'ਤੇ 15-20 ਮਾਰਤੀਆਂ। ਗੁਰੂ ਨਾਨਕ ਦੇਵ ਮਰਦਾਨਾ ਜੀ ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲ ਗਿਆ। ਤੁਹਾਨੂੰ ਇੱਕ ਕੀੜੀ ਲੜੀ, ਤੂੰ ਉਹਨੂੰ ਹੀ ਮਾਰਨਾ ਸੀ,
ਤੂੰ 14-15 ਹੋਰ ਮਾਰਤੀਆਂ, ਕਿਉਂ ਮਾਰੀਆਂ? ਇਹ ਦੱਸ ਕਿਉਂ ਮਰੀਆਂ ਨੇ? ਕੀੜੀ ਤੈਨੂੰ ਇੱਕ ਲੜੀ, ਤੂੰ 14-15 ਮਾਰਤੀਆਂ ਨੇ, ਇਹ ਕਿਉਂ ਮਰ ਗਈਆਂ ਨੇ? ਕਹਿ ਜੀ ਉਹ ਜਿਹੜੀ ਮੈਨੂੰ ਕੀੜੀ ਲੜੀ ਸੀ, ਮੈਂ ਤਾਂ ਉਹਨੂੰ ਕੁਛ ਨਹੀਂ ਸੀ ਕਿਹਾ, ਉਹ ਭੈੜੀ ਕੀੜੀ ਸੀ, ਉਹ ਮੈਨੂੰ ਲੜੀ, ਇਹ ਉਹਦੀਆਂ ਸਹੇਲੀਆਂ ਸਨ ਨਾਲ, ਇਸ ਲਈ ਵੀ ਮਰੀਆਂ ਗਈਆਂ। ਕਹਿੰਦੇ ਬਸ ਫਿਰ ਕਸੂਰ ਰਾਜੇ ਦਾ ਸੀ, ਉੱਥੋਂ ਦੇ ਦਾ ਮੰਤਰੀਆਂ ਦਾ ਸੀ, ਲੋਕ ਨਾਲ ਵੈਸੇ ਮਾਰੇ ਗਏ। 1984 ਦੇ ਵਿੱਚ 86 ਸੀ ਜਦੋਂ ਇੰਦਰਾ ਗਾਂਧੀ ਦੀ ਡੈਥ ਹੋਈ ਹੈ। ਹਾਂ, 2 ਸਰਦਾਰਾਂ ਨੇ ਮਾਰੀ ਨਾ। ਫਰਜ਼ ਕੀ ਬਣਦਾ ਸੀ ਸਰਕਾਰ ਦਾ? ਉਹ ਕਿਤੇ ਭੱਜ ਕੇ ਨਹੀਂ ਸਨ ਗਏ, ਉੱਥੇ ਖੜੇ ਰਹਿਣਾ। ਉਹਨਾਂ 2 ਨੇ ਮਾਰਿਆ, ਉਹਨਾਂ ਦੋਨਾਂ ਨੂੰ ਫਾਂਸੀ ਦਿੰਦੇ, 20-20 ਸਾਲ ਕੈਦ ਕਰਦੇ, ਜੋ ਵੀ ਕੀਤਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਵੀ ਠੀਕ ਹੈ ਇਹਨੇ ਮਾਰੀ ਹੈ, ਇਹਨੂੰ ਦਿਓ ਸਜ਼ਾ। 3500 ਸਿੱਖ ਉਂਝ ਮਾਰਤਾ ਲੋਕਾਂ ਨੇ। ਕਸੂਰ 2 ਬੰਦਿਆਂ ਦਾ, 3500 ਬੰਦਾ ਨਿਰਦੋਸ਼ ਮਾਰਿਆ ਗਿਆ, ਨਿਰਦੋਸ਼ ਮਾਰਿਆ ਗਿਆ। ਜਦੋਂ ਪੰਜਾਬ 'ਚ 10 ਸਾਲ ਆ ਰਿਹਾ, ਕੀ ਉਹਨੂੰ ਕਹਿੰਦੇ ਸੀ, ਨਹੀਂ ਉਹ ਅੱਤਵਾਦ, 35,000 ਸਿੱਖ ਮਾਰੇ ਗਏ ਉਹਨੇ 10 ਸਾਲ। 35,000, ਕੁਛ ਅੱਤਵਾਦੀਆਂ ਨੇ ਮਾਰਤੇ, ਕੁਛ ਪੁਲਿਸ ਨੇ ਮਾਰਤੇ। ਅੱਤਵਾਦੀ ਕਿੰਨੇ ਕੋਣੇ ਨੇ? 50-60 ਹੋਣਗੇ, ਹੋਰ ਕਿੰਨੇ ਹੋਣਗੇ? ਉਹਨੇ 1000 ਬੰਦਾ ਉਂਝ ਹੀ ਮਾਰਿਆ ਗਿਆ। ਮਿਲਿਆ ਵੀ ਕੱਖ ਨਾ। ਮੈਂ ਹੁਣ ਤੁਸੀਂ ਜੇ ਅਖਬਾਰਾਂ ਪੜ੍ਹਦੇ ਹੋ ਤਾਂ ਦੇਖਿਓ, ਜਿੰਨੇ ਮੁਸਲਮਾਨ ਦੇਸ਼ ਨੇ ਸਾਰਿਆਂ ਦੇ ਵਿੱਚ ਅੱਤਵਾਦੀ ਨੇ। ਕੋਈ ਮਸੀਤ 'ਚ ਬੰਬ ਰੱਖ ਦਿੰਦਾ, ਉਹ ਕਿੰਨੇ ਲੋਕ ਮਾਰੇ ਜਾਂਦੇ ਨੇ। ਮੁਸਲਮਾਨ ਹੀ ਮੁਸਲਮਾਨਾਂ ਨੂੰ ਮਾਰ ਰਹੇ ਨੇ। ਜੇ ਉਹਨਾਂ ਨੂੰ ਕੋਈ ਹਿੰਦੂ ਮਾਰੇ ਜਾਂ ਕੋਈ ਸਿੱਖ ਮਾਰੇ, ਫਿਰ ਰੌਲਾ ਪਏਗਾ, ਉਹ ਅਖਬਾਰਾਂ 'ਚ ਐਂ ਕਰਤਾ, ਉਹ ਕਰ, ਉਹ ਤੁਸੀਂ ਆਪ ਹੀ ਮਾਰੀ ਜਾਂਦੇ ਇੱਕ ਦੂਜੇ ਨੂੰ। ਹੁਣ ਕਸ਼ਮੀਰ 'ਚ ਮੁਸਲਮਾਨ ਹੀ ਰਹਿੰਦੇ ਨੇ, ਅੱਤਵਾਦੀ ਵੀ ਮੁਸਲਮਾਨ ਨੇ, ਰਹਿਣ ਵਾਲੇ ਵੀ ਮੁਸਲਮਾਨ ਨੇ। ਉਹ ਮੁਸਲਮਾਨ ਹੀ ਮੁਸਲਮਾਨਾਂ ਨੂੰ ਮਾਰੀ ਜਾਂਦੇ ਨੇ। ਇਸ ਲਈ ਜਿਹੜੇ ਭੈੜੇ ਲੋਕ ਨੇ, ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਹੁਣ ਜਿੰਨੇ ਮੁਸਲਮਾਨ ਮੁਸਲਮਾਨਾਂ ਨੂੰ ਮਾਰ ਰਹੇ ਨੇ, ਉਨੀ ਹੋਰ ਕੌਮ ਨਹੀਂ ਕਿਸੇ ਨੂੰ ਮਾਰ ਰਹੀ। ਦੂਜਾ ਕੋਈ ਮਾਰਦਾ ਤਾਂ ਰੌਲਾ ਪੈਂਦਾ, ਉਹ ਇਹਨੇ ਆਹ ਕਰਤਾ ਜੀ, ਉਹ ਕਰਤਾ। ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਹੀ 35,000 ਸਿੱਖ ਮਾਰਤੇ, ਕੋਈ ਰੌਲਾ ਨਹੀਂ ਪਿਆ। 3500 ਮਾਰਤਾ ਤਾਂ ਅੱਜ ਤੱਕ ਚੱਲ ਰਹੇ ਮੁਕੱਦਮੇ, ਰੌਲਾ ਪੈ ਰਿਹਾ ਹੈ। ਕਿਉਂ? ਉਹ ਦੂਜਿਆਂ ਨੇ ਮਾਰਤੇ, ਦੂਜੇ ਨੇ ਮਾਰਤੇ। ਬੜਾ ਮਾੜਾ ਹੋਇਆ ਜੀ। ਉਹ ਆਪਣੇ ਨਹੀਂ ਮਾਰਤੇ ਸੀ, ਪੁਲਿਸ ਵਾਲਿਆਂ ਨੇ ਕਿੰਨੇ ਹੀ ਨੌਜਵਾਨ ਮਾਰਤੇ ਸੀ ਪ੍ਰਮੋਸ਼ਨਾਂ ਲੈਣ ਲਈ, ਪੈਸੇ ਲੈਣ ਲਈ, ਪ੍ਰਮੋਸ਼ਨਾਂ ਲੈਣ ਲਈ, ਕਿੰਨੇ ਹੀ ਮਾਰਤੇ ਸਨ। ਇਸ ਤਰ੍ਹਾਂ ਹੁੰਦਾ। ਕਿਉਂ? ਕਬੀਰ ਸਾਹਿਬ ਕਹਿੰਦੇ ਮੈਂ ਨਾ ਡੁੱਬ ਚੱਲਿਆ ਸੀ, ਪੈ ਉਭਰਿਆ, ਪਰ ਮੈਂ ਬਚ ਗਿਆ। ਕਿਵੇਂ ਬਚ ਗਿਆ? ਗੁਣ ਕੀ ਲਹਿਰ ਝਬਕ, ਗੁਣਾਂ ਦੀ ਲਹਿਰ ਆਈ, ਉਹਦੀ ਵੱਜੀ ਛਲ, ਝਬਕ ਹੁੰਦਾ ਛਲ, ਉਹਦੀ ਵੱਜੀ ਛਲ, ਛਲ ਨੇ ਮੈਨੂੰ ਚੱਕ ਕੇ ਕੰਢੇ 'ਤੇ ਰੱਖਤਾ, ਬਚ ਗਿਆ ਮੈਂ। ਬਚਾ ਗੁਣਾਂ ਕਾਰਨ ਹੋਣਾ। ਪਹਿਲਾਂ ਔਗਣੇ ਆ ਰਿਆਂ ਦੀ ਕੀਤੀ ਸੰਗਤ, ਡੁੱਬ ਚੱਲਿਆ। ਫਿਰ ਜਿਹੜਾ ਹੈ ਗੁਣਾਂ ਦੀ ਸੰਗਤ ਕੀਤੀ, ਬਚ ਗਿਆ। ਜਬ ਦੇਖਿਓ ਬੇੜਾ ਜਰਜਰਾ, ਜਰਜਰਾ ਹੁੰਦਾ ਜਿਹੜਾ ਬਹੁਤ ਪੁਰਾਣਾ ਹੋ ਜਾਵੇ, ਅੱਜ ਟੁੱਟਿਆ ਕਿ ਕੱਲ੍ਹ ਟੁੱਟਿਆ। ਜਿਵੇਂ ਕਈ ਕੱਪੜੇ ਨੇ ਅੱਜ ਕੱਲ੍ਹ ਤਾਂ ਫਟਦੇ ਨਹੀਂ ਹੈਗੇ, ਕਿਉਂਕਿ ਸਰੀਰਕ ਕੰਮ ਨਹੀਂ ਆਪਣੇ ਰਹੇ। ਪਰ ਜਦੋਂ ਸਰੀਰਕ ਕੰਮ ਦੇ ਪਸੀਨਾ ਆਉਂਦਾ ਸੀ, ਕੱਪੜੇ ਪੜ ਜਾ ਕਰਦੇ ਸਨ, ਮੈਂ ਦੇਖਿਆ। ਅੱਜ ਕੱਲ੍ਹ ਤਾਂ ਉਂਝ ਹੀ ਕੱਪੜੇ ਸਾਲ ਕੁ ਬਾਅਦ 6 ਮਹੀਨੇ ਬਾਅਦ ਲੋਕ ਲਾ ਕੇ ਸੁੱਟਦੇ, ਪਾੜਦੇ ਪੂੜਦੇ ਕੋਈ ਨਹੀਂ।
ਹਾਂ, ਅਸੀਂ ਆਪ ਹੀ ਗੋਡਿਆਂ ਤੋਂ ਗਿੱਟਿਆਂ ਤੋਂ ਪਾੜ ਲਈਏ ਜਾਣ ਕੇ ਆਪਣੀ ਪੈਂਟਾਂ, ਉਹ ਗੱਲ ਵੱਖਰੀ ਹੈ। ਇੱਕ ਥਾਣੇਦਾਰ ਨਹੀਂ ਆ ਗਈ ਅਰਦਾਸ ਕਰਾਉਣ, ਦੋਨੋਂ ਮੋਢਿਆਂ ਤੋਂ ਕਮੀਜ਼ ਪਾਟੀ ਹੈ, ਦੋਨਾਂ ਗੋਡਿਆਂ ਤੋਂ। ਮੈਂ ਜੀ ਤੁਸੀਂ ਕੀ ਕੰਮ ਕਰਦੇ ਹੋ? ਕਹੇ ਜੀ ਮੈਂ ਥਾਣੇਦਾਰ ਨਹੀਂ ਹਾਂ। ਮੈਂ ਬੀਬਾ ਮੇਰੀ ਇੱਕ ਬੇਨਤੀ ਹੈ, ਕੱਪੜੇ ਨਾ ਪੋਸਟ ਅਨੁਸਾਰ ਪਾਈਦੇ ਨੇ। ਪੀਐਨ ਦੇ ਕੱਪੜੇ ਹੋਰ ਹੁੰਦੇ ਨੇ, ਜਿਹੜਾ ਗਜ਼ਟਡ ਅਫਸਰ ਹੁੰਦਾ ਉਹਦੇ ਕੱਪੜੇ ਹੋਰ ਹੁੰਦੇ ਨੇ। ਕਦੇ ਵੀ ਤੁਸੀਂ ਨੋਟ ਕਰਿਓ। ਤੁਸੀਂ ਆਫਿਸਰ ਹੋ, ਇਹ ਕੋਈ ਚੰਗੇ ਲੱਗਦੇ ਨੇ? ਇੱਕ ਤੁਸੀਂ ਔਰਤ ਹੋ। ਚਲੋ ਅਗਲੀ ਵਾਰੀ ਆਈ, ਅਗਲੀ ਵਾਰ ਸਲਵਾਰ ਪਾ ਕੇ ਆਈ, ਫਿਰ ਨਹੀਂ ਪਾਇਆ। ਸਾਨੂੰ ਆਪਣੀ ਪੋਸਟ ਅਨੁਸਾਰ, ਜਿਵੇਂ ਮੈਂ ਆਪਣੇ ਪ੍ਰਿੰਸੀਪਲ ਨਾਲ ਇੱਥੇ ਦਫ਼ਤਰ 'ਚ ਹੋਣਾ ਸੀ ਐਕਸੀਅਨ ਦੇ ਕਿਸੇ ਕੰਮ, ਮੈਂ ਹੱਸਣ ਲੱਗਾ ਉਹਨੇ ਗੱਲ, ਮੈਂ ਮੈਡਮ ਜੀ ਮੰਨ ਲਓ ਤੇ ਕਈ SDO ਬੈਠੇ ਨੇ, ਓਵਰਸੀਅਰ ਬੈਠੇ ਨੇ, ਐਕਸੀਅਨ ਬੈਠੇ, ਹੋਰ ਆਪਾਂ ਕਿਵੇਂ ਪਤਾ ਲੱਗੂਗਾ ਵੀ ਇਹਨਾਂ 'ਚ ਐਕਸੀਅਨ ਕਿਹੜਾ? ਕਹਿੰਦੇ ਨੰਬਰ 1 ਐਕਸੀਅਨ ਦੇ ਬੂਟ ਪਾਏ ਹੋਣਗੇ, ਉਹਦੇ ਗੁਰਗਾਬੀ ਨਹੀਂ ਪਾਈ ਹੋਵੇਗੀ। ਆਫਿਸਰ ਗੁਰਗਾਬੀ ਨਹੀਂ ਪਾਉਂਦੇ, ਤਸਮੇ ਵਾਲੇ ਬੂਟ ਪਾਏ ਹੋਣਗੇ, ਜੁਰਾਬਾਂ ਪਾਈਆਂ ਹੋਣਗੀਆਂ, ਉਹਦੇ ਟਾਈ ਲੱਗੀ ਹੋਈ ਹੋਵੇਗੀ। ਹਾਂ, ਜੋ ਗਏ ਮੈਂ ਜੋ ਉਹ ਐਕਸੀਅਨ ਕਹਿੰਦਾ ਹਾਂ ਉਹੀ ਹੈ। ਪੋਸਟ ਅਨੁਸਾਰ ਪਰਸਨੈਲਿਟੀ ਹੁੰਦੀ, ਬਣਾਉਣੀ ਪੈਂਦੀ ਹੈ, ਰੱਖਣੀ ਵੀ ਚਾਹੀਦੀ ਹੈ। ਇੱਕ ਗਾਇਨੀ ਦੀ ਬੜੀ ਪ੍ਰਸਿੱਧ ਡਾਕਟਰ ਇੱਥੇ ਹੋਈ, ਮਿਸਿਜ਼ ਨੇ ਮੈਨੂੰ ਉਹਦੇ ਕੋਲ ਜਾਣਾ ਪੈ ਗਿਆ। ਮੈਂ ਉਹ ਵੀ ਬੈਠੀ ਕੁਰਸੀ ਦੇ ਬਰਾਂਡੇ 'ਚ, ਮੈਂ ਕਿਹਾ ਕੋਈ ਪੀਐਨ ਬੈਠੀ ਹੈ। ਮੈਂ ਜਾ ਕੇ ਮੈਂ ਕੁਰਸੀ 'ਤੇ ਬਹਿ ਕੇ ਪਈਆਂ ਸਨ, 10-15 ਮਿੰਟ ਬੈਠਾ ਮੈਂ ਵੀ ਆਵੇਗੀ ਡਾਕਟਰ, ਫਿਰ ਉਹਨੂੰ ਪੁੱਛਾਂਗਾ। ਉਹ ਮੈਨੂੰ ਪੁੱਛਦੇ ਜੀ ਕਿਵੇਂ ਆਏ ਹੋ ਜੀ? ਮੈਂ ਨਾਮ ਲੈ, ਮੈਂ ਫਲਾਣੇ ਡਾਕਟਰ ਨੂੰ ਮਿਲਣਾ। ਕਦੀ ਮੈਂ ਹੀ ਹਾਂ। ਮੈਂ ਦੱਸ, ਮੈਂ ਤੈਨੂੰ ਪੀਐਨ ਸਮਝਦਾ ਸੀ, ਇਹ ਡਾਕਟਰੀ ਐਡੀ ਵੱਡੀ ਗਾਇਨੀ ਦੀ ਪਟਿਆਲੇ 'ਚ ਉਸ ਵੇਲੇ ਮੰਨੀ ਹੋਈ ਡਾਕਟਰ ਨਹੀਂ ਸੀ ਉਹ। ਵੀ ਤੂੰ ਡਾਕਟਰ ਨਹੀਂ ਹੈ, ਤੇਰੀ ਕੋਈ ਪਰਸਨੈਲਿਟੀ ਡਾਕਟਰਨੀ ਵਾਲੀ ਹੋਣੀ ਚਾਹੀਦੀ, ਤੇ ਪਰਸਨੈਲਿਟੀ ਪੀਐਨ ਵਾਲੀ ਹੈ। ਸਾਡੀ ਪਰਸਨੈਲਿਟੀ ਸਾਡੀ ਪੋਸਟ ਅਨੁਸਾਰ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲਈ ਸੰਗਤ ਵੀ ਆਪਣੇ ਵਰਗਿਆਂ ਦੀ ਕਰੀਦੀ ਹੁੰਦੀ। ਹੁਣ ਬੇੜਾ ਜਰਜਰਾ ਹੈ, ਬਹੁਤ ਜਿਹੜਾ ਹੋ ਗਿਆ ਪੁਰਾਣਾ, ਕਿ ਜਦੋਂ ਮੈਂ ਦੇਖਿਆ ਵੀ ਜਬ ਦੇਖਿਓ ਬੇੜਾ ਜਰਜਰਾ, ਜਦੋਂ ਮੈਂ ਦੇਖਿਆ ਨਾ ਜਿਸ ਬੇੜੀ 'ਚ ਮੈਂ ਬੈਠਾ, ਇਹ ਤਾਂ ਕਿਸੇ ਵੇਲੇ ਵੀ ਟੁੱਟ ਸਕਦੀ ਹੈ, ਇਸ 'ਤੇ ਕਿਸੇ ਵੇਲੇ ਮੋਰੀ ਹੋ ਸਕਦੀ ਹੈ, ਇਹ ਤਾਂ ਪਾਣੀ ਭਰ ਜਾਵੇ, ਡੁੱਬਾਂਗਾ। ਜਦੋਂ ਮੈਨੂੰ ਪਤਾ ਲੱਗਾ ਬੇੜਾ ਜਰਜਰਾ ਹੈ, ਤਬ ਉੱਤਰ ਪਰਿਆ ਹੋਂ ਫਰਕ, ਮੈਂ ਚੱਟ ਜਿਹੜਾ ਹੈ ਉਹ 'ਚ ਉਤਰ ਗਿਆ। ਜਦੋਂ ਪਤਾ ਲੱਗ ਜਾਏ ਕਿ ਜਿਸ ਦੀ ਮੈਂ ਸੰਗਤ ਕਰ ਰਿਹਾ ਇਹ ਬੰਦਾ ਚੰਗਾ ਨਹੀਂ ਹੈ, ਸਿਆਣਪ ਉਹਦੀ ਸੰਗਤ ਛੱਡ ਦਿਓ, ਨਹੀਂ ਉਹਦਾ ਫਸੇਗਾ ਨਾਲ, ਫਿਰ ਤੁਸੀਂ ਵੀ ਫਸੋਗੇ। ਜਿੰਨਾ ਚਿਰ ਨਹੀਂ ਪਤਾ ਲੱਗਾ ਉਹਨਾਂ ਚਿਰ ਹੋਰ ਗੱਲ ਹੁੰਦੀ ਹੈ। ਸਿਆਣੇ ਕਿ ਜਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀ ਹੈ। ਆਪਾਂ ਕਿਸੇ ਦੇ ਨਾਲ ਤੁਰੇ ਜਾ ਰਹੇ ਹਾਂ, ਕਾਫੀ ਲੰਮਾ ਸਫ਼ਰ ਕੀਤਾ, ਇੱਥੋਂ ਲੈ ਕੇ ਕਲਕੱਤੇ ਜਾਣਾ ਹੈ, ਹੌਲੀ ਹੌਲੀ ਆਪਾਂ ਨੂੰ ਭੇਤ ਆ ਜਾਂਦਾ, ਪਤਾ ਲੱਗਦਾ, ਜਾਂ ਵਾਹ ਪੈਂਦਾ ਕਿਸੇ ਗੱਲ ਦਾ ਪਤਾ ਲੱਗਦਾ। ਹਾਂਜੀ, ਆਮ ਕਹਾਵਤ ਹੈ, ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀ। ਜਦੋਂ ਵਾਹ ਪੈਂਦਾ ਫਿਰ ਪਤਾ ਲੱਗਦਾ ਬੰਦਾ ਚੰਗਾ ਕਿ ਮੰਦਾ ਹੈ। ਜਦੋਂ ਪਤਾ ਲੱਗੇ ਵੀ ਨਹੀਂ ਇਹ ਬੰਦਾ ਇਹ ਠੀਕ ਨਹੀਂ ਹੈ, ਇਹ ਮੇਰੀ ਸਹੇਲੀ ਠੀਕ ਨਹੀਂ ਹੈ, ਛੱਡ ਦੇਣੀ ਚਾਹੀਦੀ ਸਹੇਲਪੁਣਾ, ਮਿੱਤਰਤਾ ਛੱਡ ਦੇਣੀ ਚਾਹੀਦੀ। ਆਹੀ ਸਮਝਾ ਰਹੇ ਨੇ ਕਿ ਜੇ ਮੈਂ ਦੇਖਿਆ ਬੇੜਾ ਤੇ ਜਰਜਰਾ, ਇਹ ਤਾਂ ਕਿਸੇ ਵੇਲੇ ਡੁੱਬ ਸਕਦਾ, ਇਹ ਡੁੱਬੂਗਾ ਇਹਦੇ ਨਾਲ ਮੈਂ ਵੀ ਡੁੱਬਾਂਗਾ। ਕਹਿੰਦਾ ਮੈਂ ਫਟ ਉੱਤਰ ਪਰ ਹਾਂ ਫਰਕ, ਮੈਂ ਤੁਰੰਤ ਉਹ 'ਚ ਉਤਰ ਗਿਆ, ਉਤਰ ਗਿਆ। ਉਦਾਹਰਨਾਂ ਇਹੋ ਜਿਹਾ ਦੇ ਕੇ ਸਾਨੂੰ ਸਮਝਾਇਆ ਕਿ ਭਾਈ ਕੁਸੰਗਤ ਦੇ ਵਿੱਚ ਨਹੀਂ ਜਾਈਦਾ। ਠੀਕ ਹੈ, ਪਹਿਲਾਂ ਨਹੀਂ ਪਤਾ ਲੱਗਾ, ਉਹ ਗੱਲ ਵੱਖਰੀ ਹੁੰਦੀ ਹੈ, ਪਰ ਜਦੋਂ ਆਪਣਾ ਵਾਹ ਪੈਂਦਾ ਬੰਦੇ ਨਾਲ, ਫਿਰ ਹੌਲੀ ਹੌਲੀ ਪਤਾ ਲੱਗ ਜਾਂਦਾ ਵੀ ਇਹ ਠੀਕ ਨਹੀਂ ਹੈ।
ਅਗਰ ਮੈਂ ਇਹਦੀ ਸੰਗਤ ਕਰਦਾ ਰਿਹਾ ਤਾਂ ਇਸ 'ਤੇ ਕਦੇ ਮੁਕੱਦਮਾ ਚੱਲ ਸਕਦਾ, ਕਦੇ ਨੂੰ ਪੁਲਿਸ ਫੜ ਸਕਦੀ ਹੈ, ਕੁਛ ਉਸਦਾ ਨਾਲ ਮੈਨੂੰ ਮੈਂ ਹੀ ਫੜਿਆ ਜਾਵਾਂਗਾ। ਹਾਂ, ਮੈਂ ਹੀ ਫੜਿਆ। ਜਦੋਂ ਕੁਟਾਪਾ ਹੁੰਦਾ ਫਿਰ ਕਹਿੰਦੇ ਤੇਰੇ ਨਾਲ ਕੌਣ ਕੌਣ ਸੀ? ਫਿਰ ਲੱਗਦਾ ਫਲਾਣਾ ਫਲਾਣਾ ਵੀ ਸੀ, ਆ ਜਾਵੇ ਤੂੰ ਵੀ। ਹਾਂਜੀ, ਫਿਰ ਚੱਕੀ ਜਾਂਦੇ ਨੇ। ਹਾਂਜੀ, ਸੋ ਇਸ ਲਈ ਕਿ ਜਦੋਂ ਮੈਨੂੰ ਪਤਾ ਲੱਗਾ ਬੇੜਾ ਜਰਜਰਾ ਹੈ, ਬੇੜਾ ਬਹੁਤ ਕਮਜ਼ੋਰ ਹੈ, ਕਹਿੰਦੇ ਮੈਂ ਫਰਕ ਹੁੰਦਾ ਮੈਂ ਤੁਰੰਤ ਉਸ 'ਚੋਂ ਉਤਰ ਗਿਆ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਹਿੰਦੀ ਦਾ ਸ਼ਬਦ ਹੈ ਜਹਾਂ, ਪੂਰਾ ਸ਼ਬਦ ਹੈ ਜਹਾਂ, ਜਜਾ ਹਾਹੇ ਨੂੰ ਕਰਨਾ ਬਿੰਦੇ, ਉਸ ਤੋਂ ਸੰਖੇਪ ਬਣਾਇਆ ਜਹ। ਪੂਰਾ ਸ਼ਬਦ ਹੈ ਤਹਾਂ, ਤਹਾਂ ਤੋਂ ਸੰਖੇਪ ਬਣਾਇਆ ਤਹ। ਅਰਥ ਉਹੀ ਹੈ, ਜਹਾਂ ਤੇ ਜਹ, ਤਹਾਂ ਤੇ ਤੈਂ, ਅਰਥ ਇੱਕੋ ਹੀ ਹੈ, ਅਰਥ ਉਹੀ ਹੈ। ਕਬੀਰ ਪਾਪੀ ਭਗਤ ਨਾ ਭਾਵੇ, ਪਾਪੀ ਬੰਦੇ ਨੂੰ ਭਗਤੀ ਚੰਗੀ ਨਹੀਂ ਲੱਗਦੀ। ਜਿੰਨੇ ਬੰਦੇ ਨੁਕਸ ਹੁੰਦੇ ਨੇ ਉਹ ਨਹੀਂ ਆਉਂਦੇ। ਹੁਣ ਕਹੋ ਸਤਸੰਗ ਕਰੀਏ, ਨਾ ਯਾਰ ਕੀ ਪਿਆ ਇੱਥੇ, ਖਾਓ ਪੀ ਐਸ਼ ਕਰੋ। ਆਹੀ ਤਾਂ ਪੀਣ ਦਾ ਵੇਲਾ, ਉੱਥੇ ਜਾ ਕੇ ਗੁਰਦੁਆਰੇ ਬਹਿ ਜਾਓ ਜੀ। ਉਹ ਨਹੀਂ ਆਉਣਗੇ। ਉਹ ਜੇ ਅੰਦਰ ਪਾਪ ਕਰਮ ਹੈ ਨਾ, ਉਹ ਆਉਣ ਹੀ ਨਹੀਂ ਦਿੰਦਾ ਚੰਗੇ ਪਾਸੇ। ਪੀਣ ਵਾਲਾ ਕਿੱਥੇ ਹੁੰਦਾ ਸਤਸੰਗ 'ਚ? ਅਤੇ ਜੇ ਕਿਤੇ ਆਉਣ ਲੱਗ ਗਈ, ਉਹਦੀ ਕਿਸਮਤ ਹੋਈ ਚੰਗੀ, ਆਉਣ ਲੱਗਿਆ ਫਿਰ ਪੀਣੀ ਛੱਡ ਦੇਗਾ। ਕਈ ਆਪਣੇ ਸੰਗੀ ਨੇ ਜਿਹੜੇ ਪਹਿਲਾਂ ਪੀਂਦੇ ਸਨ, ਛੱਡ ਗਏ। ਮੈਂ ਵੀ ਸੱਚੋ ਸੱਚ ਦੱਸੋ, ਤੁਸੀਂ ਪੀਣੀ ਕਿਉਂ ਹਟ ਗਏ? ਪੀਣ ਤੋਂ ਕਿਉਂ ਹਟ ਗਏ ਹੋ? ਪਹਿਲਾਂ ਤੁਸੀਂ ਪੀਂਦੇ ਸੀ, ਸਾਡੇ ਵਰਗੇ ਮਖੌਲ ਕਰਦੇ ਸੀ, ਇਹ ਦਾਲ ਪੀਣੇ ਨੇ ਜੀ, ਇਹ ਘਾਹ ਖਾਣੇ ਨੇ ਜੀ। ਸਾਡੇ ਆਪਣੇ ਰਿਸ਼ਤੇਦਾਰ ਕਿਵੇਂ ਹੱਸਦੇ, ਕਹਿੰਦੇ ਆਓ ਵੀ ਦਾਲ ਪੀਣੇ ਹੋ, ਆਓ ਵੀ ਘਾਹ ਖਾਣੇ ਹੋ। ਵੀ ਨਾ ਮੀਟ ਖਾਂਦੇ ਨੇ, ਨਾ ਸ਼ਰਾਬ ਪੀਂਦੇ ਨੇ। ਜਦੋਂ ਛੱਡ ਕੇ ਮੈਂ ਫਿਰ ਉਹਨੇ ਕਹਿਣਾ, ਆਓ ਵੀ ਦਾਲ ਪੀਣੇ ਹੋ, ਆਓ ਵੀ ਘਾਹ ਖਾਣੇ ਹੋ। ਮੈਂ ਹੁਣ ਤੁਸੀਂ ਕਿਉਂ ਛੱਡ ਗਏ ਹੋ? ਪਹਿਲਾਂ ਤੁਸੀਂ ਇੰਨੀ ਵਡਿਆਈ ਕਰਦੇ ਸੀ, ਹੁਣ ਕਿਉਂ ਛੱਡ ਗਏ ਹੋ? ਕਹਿੰਦੇ ਹੁਣ ਗਿਆਨ ਹੋ ਗਿਆ, ਸਤ ਸੰਗਤ ਕੀਤੀ, ਗਿਆਨ ਹੋ ਗਿਆ ਕਿ ਇਹ ਨਹੀਂ ਖਾਣਾ ਪੀਣਾ ਚਾਹੀਦਾ, ਛੱਡ ਗਿਆ। ਸਿਆਣਪ ਵੀ ਇਹੀ ਹੈ। ਚਲੋ ਜਿੰਨਾ ਚਿਰ ਗਿਆਨ ਨਹੀਂ ਸੀ ਹੁਣ ਜੇ ਕਰਦੇ ਰਹੇ, ਜੋ ਗਿਆਨ ਹੋ ਗਿਆ ਛੱਡ ਗਏ ਨੇ। ਕਿੰਨੇ ਹੀ ਛੱਡ ਗਏ ਨੇ। ਇਸ ਲਈ ਕਹਿੰਦੇ ਜਦੋਂ ਗਿਆਨ ਹੋ ਗਿਆ ਕਿ ਮੇਰਾ ਬੇੜਾ ਜਰਜਰਾ ਹੈ, ਇਹ ਕਿਸੇ ਵੇਲੇ ਵੀ ਡੁੱਬ ਸਕਦਾ ਹੈ, ਜੋ ਗਿਆਨ ਹੋ ਗਿਆ ਛੱਡਦਾ ਤੇ ਛੱਡਦਾ। ਇਸ ਤਰ੍ਹਾਂ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਕਬੀਰ ਪਾਪੀ ਭਗਤ ਨਾ ਭਾਵੇ, ਭਾਵੇ ਤਾਂ ਚੰਗੀ ਲੱਗਣਾ। ਪਾਪੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ। ਹਰ ਪੂਜਾ ਨਾ ਸੁਹਾਏ, ਨਾ ਉਹਦਾ ਪਰਮਾਤਮਾ ਦੀ ਪੂਜਾ ਕਰਨ ਨੂੰ ਜੀ ਕਰਦਾ, ਉਹ ਵੀ ਚੰਗੀ ਨਹੀਂ ਲੱਗਦੀ। ਨਾ ਵਾਹਿਗੁਰੂ ਵਾਹਿਗੁਰੂ ਕਰਨਾ ਚੰਗਾ ਲੱਗਦਾ, ਨਾ ਗੁਰਦੁਆਰੇ ਜਾ ਕੋਈ ਸੇਵਾ ਕਰਨੀ ਚੰਗੀ ਲੱਗਦੀ। ਕਿਉਂ? ਅੰਦਰ ਪਾਪ ਹੈ, ਉਹ ਇਹਦੇ ਪਾਸੇ ਆਉਣ ਹੀ ਨਹੀਂ ਦਿੰਦਾ। ਸਾਡੀਆਂ ਅੰਦਰਲੀਆਂ ਬੁਰਾਈਆਂ ਸਾਨੂੰ ਚੰਗੇ ਪਾਸੇ ਜਾਣ ਨਹੀਂ ਦਿੰਦੀਆਂ। ਚੰਗਿਆਈ ਨਾਲੋਂ ਬੁਰਾਈ ਮਨੁੱਖ ਨੂੰ ਜ਼ਿਆਦਾ ਚੰਗੀ ਲੱਗਦੀ ਹੈ, ਜ਼ਿਆਦਾ ਚੰਗੀ ਲੱਗਦੀ ਹੈ। ਸਾਡਾ ਰਿਸ਼ਤੇਦਾਰ ਪੀ ਰਿਹਾ, ਮੈਂ ਕਿਹਾ ਤੂੰ ਪੀ ਪੀ ਕੇ ਮਰ ਜਾਏਗਾ। ਤੇਰੀ ਘਰ ਵਾਲੇ 2 ਬੱਚੇ ਨੇ, ਅਜੇ ਉਹਨਾਂ 'ਚ ਕੋਈ ਕਮਾਉਣ ਵਾਲਾ ਨਹੀਂ, ਜਾਇਦਾਦ ਤੇਰੀ ਕੋਈ ਨਹੀਂ। ਉਹ ਦੱਸ ਤੇਰੇ ਮਰਨ ਤੋਂ ਬਾਅਦ ਕੀ ਖਾਣਗੇ? ਉਹ ਤਾਂ ਰੁਲ ਜਾਣਗੇ। ਇੱਕ ਤਾਂ ਹੁੰਦਾ ਵੀ ਚੱਲ ਤੂੰ ਮਰ ਗਿਆ, ਮਗਰ ਕੋਈ ਜ਼ਮੀਨ ਜਾਇਦਾਦ, ਕੋਈ ਪ੍ਰਾਪਰਟੀ ਹੈ, ਜਾਂ ਕੋਈ ਬੱਚਾ ਕਮਾਈ ਕਰਦਾ, ਉਹ ਦਿਖਾਓ। ਬੱਚੇ ਦੋਨੋਂ 12ਵੀਂ 'ਚ ਪੜ੍ਹ ਰਹੇ ਨੇ, ਜ਼ਮੀਨ ਜਾਇਦਾਦ ਹੈ ਨਹੀਂ, ਅਤੇ ਤੂੰ ਸ਼ਰਾਬ ਪੀ ਪੀ ਕੇ ਜੇ ਮਰ ਗਿਆ, ਇਹਨਾਂ ਦਾ ਕੀ ਬਣੇਗਾ? ਕਦੇ ਸੋਚਿਆ? ਪਰ ਨਹੀਂ, ਮੈਂ ਦੇਖਿਆ ਸ਼ਰਾਬੀ ਆਪਣਾ ਸੋਚਦੇ।
ਕਹਿੰਦੇ ਇੱਕ ਦਿਨ ਮਰਨਾ ਹੀ ਹੈ, ਪੀ ਕੇ ਮਰ ਗਏ ਤਾਂ ਕੀ ਹੈ। ਨਹੀਂ, ਸੋਚ ਹੀ ਨਹੀਂ ਬਦਲ ਰਹੀ। ਕਿਉਂ ਨਹੀਂ ਬਦਲਦੀ? ਸਤ ਸੰਗਤ ਹੀ ਕੋਈ ਨਹੀਂ। ਡੇਰਿਆਂ 'ਚ ਰਹਿੰਦੇ ਨੇ, ਨਾ ਕੋਈ ਇੱਥੇ ਨੇੜੇ ਗੁਰਦੁਆਰਾ, ਨਾ ਕੋਈ ਗੱਲ, ਨਾ ਕੋਈ ਬਾਤ, ਨਾ ਕੋਈ ਸਤ ਸੰਗਤ। ਹਾਂ, ਇਹਨਾਂ ਵੀ ਹੁਣ 2-3 ਮਹੀਨਿਆਂ ਤੋਂ ਆਰ ਲੇ ਹੋ ਰਹੇ ਨੇ ਮੇਰੀ ਕਥਾ, ਇਹ ਸੁਣ ਲੈਂਦੇ ਨੇ। ਇਹ ਤਾਂ ਬਹੁਤ ਲੱਗ ਗਏ ਨੇ ਸੁਣਨ। ਦੇਸਾਂ ਵਿਦੇਸਾਂ 'ਚ ਸੁਣਨ ਲੱਗ ਰਹੇ, ਚਲ ਲੱਗ ਗਏ ਸੁਣਨ, ਸ਼ਾਇਦ ਕਦੇ ਕੋਈ ਅਸਰ ਹੋ ਜਾਏ, ਗੱਲ ਪੱਲੇ ਪੈ ਜਾਏ ਕੋਈ। ਇਸ ਲਈ ਇਹ ਸ਼ਰਾਬਾਂ ਪੀਣ ਵਾਲੇ ਨੇ, ਇਹ ਭਜਨ ਬੰਦਗੀ ਇਹਨਾਂ ਦਾ ਜੀਅ ਨਹੀਂ ਕਰਦਾ। ਚੋਰ ਨੇ, ਕੋਈ ਭਜਨ ਬੰਦਗੀ ਜੀਅ ਨਹੀਂ ਕਰਦਾ। ਕਈ ਵਾਰੀ ਚੋਰ ਵੀ ਗੁਰਦੁਆਰਾ ਮੰਦਿਰ 'ਚ ਆਉਂਦਾ ਹੈ, ਬਈ ਜੇ ਤਾਂ ਮੌਕਾ ਲੱਗ ਤਾਂ ਚੱਕ ਲਵਾਂਗੇ ਕੁਛ, ਅਤੇ ਨਹੀਂ ਤਾਂ ਕਹਾਂਗੇ ਹੇ ਦੇਵੀ ਜੀ, ਹੇ ਦੇਵਤਾ ਜੀ, ਅੱਜ ਮੈਂ ਚੋਰੀ ਕਰਨ ਚੱਲਿਆ, ਚੰਗਾ ਮਾਲ ਮਿਲੇ ਵਿੱਚ ਤੁਹਾਨੂੰ ਵੀ ਕੁਝ ਦੇ ਜੂ। ਅਤੇ ਆਪਾਂ ਕਹੀਂ ਬੱਲੇ ਬੱਲੇ, ਅਰਦਾਸ ਕਰ ਚੋਰ ਕਾਹਦੀ ਕਰ। ਵਿਦਿਆਰਥੀ ਗਿਆ ਗੁਰਦੁਆਰੇ, ਅਰਦਾਸ ਕਰ ਸੱਚੇ ਪਾ ਮੇਰੇ ਚੰਗੇ ਨੰਬਰ ਆ ਜਾਣ, ਇਹੀ ਕਰੇਗਾ ਤੂੰ ਤਾਂ। ਵਪਾਰੀ ਗਿਆ ਗੁਰਦੁਆਰੇ, ਹੈ ਸੱਚੇ ਮੇਰਾ ਵਪਾਰ 'ਚ ਵਾਧਾ ਹੋਵੇ, ਇਹੀ ਕਹੇਗਾ। ਬੇਰੁਜ਼ਗਾਰ ਗਿਆ ਗੁਰਦੁਆਰੇ ਤਾਂ ਉਹ ਇਹੀ ਕਹੇ ਸੱਚੇ ਪਾਤਸ਼ਾਹ ਮੈਨੂੰ ਕੋਈ ਨੌਕਰੀ ਮਿਲ ਜਾਏ, ਇਹ ਕਹਿਣਾ। ਜਿਹਨੂੰ ਵਿਦੇਸ਼ ਜਾਣ ਦਾ ਸ਼ੌਕ ਹੈ ਕਿ ਸੱਚੇ ਪਾਤਸ਼ਾਹ ਮੈਂ ਕੈਨੇਡਾ ਅਮਰੀਕਾ ਕੈਨੇਡਾ ਚਲੇ ਜਾਵਾਂ, ਉਹ ਹੀ ਮੰਗੂਗਾ। ਜਿਹੋ ਜਿਹੀ ਕਿਸੇ ਦੀ ਲੋੜ ਹੈਗੀ ਉਹ ਉਸਨੇ ਮੰਗਣਾ ਹੈ। ਹੋਰ ਚੋਰ ਇਹ ਥੋੜ੍ਹੇ ਮੰਗੇ ਸੱਚੇ ਪਾਤਸ਼ਾਹ ਮੈਨੂੰ ਸਤ ਸੰਗਤ ਬਖਸ਼ੀ ਹੈ, ਮੈਂ ਬਾਣੀ ਤੇਰੀ ਪੜ੍ਹਾਂ ਨਾਮ ਜਪਾਂ ਨਾ। ਉਹ ਤਾਂ ਕਹੂਗਾ ਮਾਲ ਚੰਗਾ ਮਿਲਿਆ ਅੱਜ, ਤੈਨੂੰ ਵਿੱਚੋਂ ਦੇ ਜਾਵਾਂਗਾ। ਹੁਣ ਜੇ ਤਾਂ ਅੱਗੋਂ ਬੋਲ ਕੇ ਦੱਸਣ, ਉਹ ਕਹਿਣ ਠਹਿਰ ਜਾ, ਹੁਣੇ ਤੈਨੂੰ ਦੱਸ ਦਿਆਂ। ਫਿਰ ਠੇਂਗਾ ਹੋਵੇ ਕੋਲ, ਜਾਂਦਾ ਕਿੱਥੇ ਤੈਨੂੰ ਦੱਸ ਦਿਆਂ, ਸਾਨੂੰ ਵਿੱਚ ਹਿੱਸਾ ਦਿੰਦਾ। ਸੋ ਪਾਪੀ ਬੰਦੇ ਨੂੰ ਕਬੀਰ ਪਾਪੀ ਭਗਤ ਨਾ ਭਾਵਹੀ, ਹਰ ਪੂਜਾ ਨਾ ਸੁਹਾਏ। ਪਾਪੀ ਨੂੰ ਭਗਤੀ ਨਹੀਂ ਚੰਗੀ ਲੱਗਦੀ, ਹਰੀ ਦੀ ਪੂਜਾ ਨਹੀਂ ਚੰਗੀ ਲੱਗਦੀ। ਮਾਖੀ ਚੰਦਨ ਪਰ ਹਰੈ, ਜਿਹੇ ਬਿਗੰਧ ਤਹਿ ਜਾਏ। ਮੱਖੀ ਚੰਦਨ 'ਤੇ ਨਹੀਂ ਜਾਂਦੀ, ਚੰਦਨ 'ਚ ਖੁਸ਼ਬੂ ਆਉਂਦੀ ਹੈ ਨਾ, ਚੰਦਨ ਦੇ ਬੂਟੇ 'ਚ ਖੁਸ਼ਬੂ ਆਉਂਦੀ ਹੈ, ਉਹ ਮੱਖੀ ਨਹੀਂ ਉਸ 'ਤੇ ਬੈਠਦੀ। ਪਾਰਾ ਹਰਾ ਦਾ ਛੱਡ ਦੇਣਾ। ਮੱਖੀ ਚੰਦਨ ਨੂੰ ਤਾਂ ਛੱਡ ਦਿੰਦੀ ਹੈ, ਜਿਹੇ ਬਿਗੰਧ, ਜਿੱਥੇ ਗੰਦਗੀ ਹੈ ਤਹਿ ਜਾਏ, ਉੱਥੇ ਜਾਂਦੀ। ਮੱਖੀ ਗੰਦਗੀ 'ਤੇ ਬੈਠੇਗੀ। ਇਸ ਤਰ੍ਹਾਂ ਜਿੱਥੇ ਸਤ ਸੰਗਤ ਹੋ ਰਹੀ ਹੈ ਉੱਥੇ ਪਾਪੀ ਨਹੀਂ ਜਾਏਗਾ, ਜਿੱਥੇ ਕੁਸੰਗਤ ਹੋ ਰਹੀ ਹੈ ਹੁਮ ਹੁਮਾ ਕੇ ਜਾਏਗਾ, ਉੱਥੇ ਹੁਮ ਹੁਮਾ ਕੇ ਜਾਏਗਾ। ਜਿਵੇਂ ਸ਼ੁਰੂ 'ਚ ਨਾ ਸੰਗਤ ਪੁੱਛਿਆ ਕਰਦੇ, ਉਦੋਂ ਮੈਨੂੰ ਬਾਬਾ ਜੀ ਨੇ ਵੀਰ ਜੀ ਸਾਰੇ ਕਹਿੰਦੇ, ਵੀਰ ਜੀ ਫਿਰ ਐਤਕੀ ਐਤਵਾਰ ਨੂੰ ਕੀ ਬਣ ਰਿਹਾ? ਮੈਂ ਜੀ ਆਹ ਕੁਛ ਬਣ ਗਿਆ, ਸਾਰੇ ਜੀ ਆਵਾਂਗੇ ਜੀ। ਹੁਣ ਦੀ ਪਸੰਦ ਦਾ ਬਣ ਰਿਹਾ ਹੁਣ ਕਿ ਸਾਰੇ ਜੀ ਆਵਾਂਗੇ ਜੀ, ਅਤੇ ਜਿੱਦਾਂ ਕਿ ਨਾ ਕੋਈ ਨਹੀਂ ਇੱਕ ਦਾ ਆ ਜਾਏਗਾ ਸਾਡੇ 'ਚ। ਸਾਨੂੰ ਪਤਾ ਲੱਗਾ ਉਹ ਸਾਰੇ ਜਵਾਨ ਸਨ ਵੀ ਇਹ ਜਿਹੜੀ ਸੰਗਤ ਹੈ ਨਾ, ਇਹ ਖੀਰ ਖਾਣ ਦੀ ਸ਼ੌਕੀਨ ਹੈ। ਅਸੀਂ ਫਿਰ ਪਹਿਲਾਂ ਖੀਰ ਨਾਲ ਰਜਾਉਣਾ, ਕਿਹਦਾ ਬਣਾ ਲੈ ਕਿ ਪਹਿਲਾਂ ਆਪਾਂ ਇਕੱਲੀ ਖੀਰ ਨਾਲ ਰੱਜ ਲਓ, ਮਗਰੋਂ ਇੱਕ ਅੱਧੀ ਰੋਟੀ ਮੂੰਹ ਕਰਾਰਾ ਕਰਕੇ ਆ ਜਾਓ। ਫਿਰ ਜਿਉਂ ਜਿਉਂ ਵੱਡੀ ਉਮਰ ਦੇ ਹੋਈ ਗਏ, ਫਿਰ ਕਈਆਂ ਨੂੰ ਸ਼ੂਗਰ ਹੋ ਗਈ, ਕਿਸੇ ਨੂੰ ਕੁਛ ਹੋ ਗਿਆ, ਫਿਰ ਕਹਿੰਦੇ ਬਸ ਇੱਕ ਚਮਚਾ ਪਾਣੀ ਖੀਰ ਬਸ। ਜਿਵੇਂ ਕਈ ਦੇਗ ਲੈਣ ਵਾਲੇ ਨੇ ਐਂ ਕਰਨਗੇ ਥੋੜ੍ਹੇ ਜਿਹੇ, ਉਹਨਾਂ ਵਿਚਾਰਿਆਂ ਨੂੰ ਇਹੀ ਨਹੀਂ ਪਤਾ ਉਹ ਭਲਿਓ ਮਾਨਸ, ਦੇਗ ਜਿਹੜੀ ਹੈ ਇਹ ਤਾਂ ਪ੍ਰਸ਼ਾਦ ਹੈ, ਪ੍ਰਸ਼ਾਦ ਦੀ ਕਿਰਪਾ, ਗੁਰੂ ਦੀ ਕਿਰਪਾ ਹੈ, ਉਹਨੂੰ ਨਹੀਂ ਨਾ ਕਰੀਦੀ। ਜਿੰਨੀ ਦੇ ਦੇਣ ਸਤ ਬਚਨ ਜੀ, ਅਤੇ ਇਹ ਕਹੋ ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ, ਅੱਜ ਖੁੱਲ੍ਹਾ ਗੱਫਾ ਮਿਲਿਆ, ਮੇਰੀ ਸਾਰੀ ਸ਼ੂਗਰ ਚੱਕ ਦਿਓ। ਇੱਕ ਬੰਦੇ ਨੇ 40 ਦਿਨ ਇਸ ਤਰ੍ਹਾਂ ਕੀਤਾ, ਉਹਦੀ ਸ਼ੂਗਰ ਕੰਟਰੋਲ ਨਹੀਂ ਸੀ ਹੁੰਦੀ, ਕਦੇ 500 ਕਦੇ 400 ਐਂ ਰਹਿੰਦੀ ਸੀ ਸ਼ੂਗਰ ਦੀ। ਉਹਨੇ ਰੋਜ਼ 10 ਰੁਪਏ ਦੀ ਦੇਗ ਲੈਣੀ ਦੂਖ ਨਿਵਾਰਨ ਨੂੰ, ਅੱਧੀ ਕੱਟ ਕੇ ਦੇ ਦਿੰਦੇ ਨਾ,
ਉਹਨੇ ਅੱਧੀ ਲੈਣੀ, ਜਿਹੜੇ ਕੱਟ ਕੇ ਦਿੰਦੇ ਨੇ। ਉੱਥੇ ਖਲੋ ਕੇ ਖਾਣੀ। ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ, ਮੈਂ ਤੁਹਾਡੀ ਦੇਗ ਛਕ ਰਿਹਾ, ਤੁਹਾਡੀ ਬੜੀ ਕਿਰਪਾ ਹੈ, ਮੇਰੀ ਸ਼ੂਗਰ ਕੰਟਰੋਲ ਹੋ ਜਾਣੀ ਚਾਹੀਦੀ। ਕਹਿੰਦਾ ਮੈਂ ਰੱਜ ਕੇ 40 ਦਿਨ ਦੇਗ ਖਾਧੀ, ਉਸ ਤੋਂ ਬਾਅਦ ਸ਼ੂਗਰ ਮੈਂ ਚੈੱਕ ਕਰਵਾਈ, ਸ਼ੂਗਰ 150 'ਤੇ ਆ ਗਈ। ਜਿਹੜੀ 500 ਤੇ ਸ਼ੂਗਰ ਸੀ, ਕਿਤੇ 150 'ਤੇ ਆ ਗਈ। ਅਤੇ ਕਹਿਣੀ ਹੁਣ ਕਹਿਣਗੇ ਨਾ ਪਤਾ ਨਹੀਂ ਦੋਨੋਂ ਐਂ ਕਰਨੀ ਉਂਗਲ ਵੀ ਉਹ ਥੋੜ੍ਹੀ ਜਿਹੀ ਹੈ, ਚੁਟਕੀ ਜਿਹੀ ਨਹੀਂ ਬਸ। ਸਿੱਖ ਧਰਮ 'ਚ ਮੈਂ ਦੇਖਿਆ ਜਿੰਨਾ ਦੇਗ ਦਾ ਸਤਿਕਾਰ ਹੈ ਉਹਨਾਂ ਹੋਰ ਕਿਸੇ ਚੀਜ਼ ਦਾ ਨਹੀਂ ਹੈ। ਹਾਲਾਂਕਿ ਲੰਗਰ ਨੂੰ ਵੀ ਭੋਗ ਲੱਗਦਾ ਕਿ ਨਹੀਂ, ਅਤੇ ਦੇਗ ਨੂੰ ਵੀ ਲੱਗਦਾ। ਲੰਗਰ ਲੋਕ ਜੂਠਾ ਛੱਡ ਦਿੰਦੇ ਨੇ, ਦੇਗ ਦਾ ਜੇ ਇੱਕ ਕਿਣਕਾ ਵੀ ਧਰਤੀ 'ਤੇ ਡਿੱਗ ਪਏ ਨਾ, ਉਹ ਵੀ ਚੁੱਕ ਕੇ ਲੋਕ ਮੂੰਹ 'ਚ ਪਾਉਂਦੇ ਨੇ। ਫਿਰ ਕੋਈ ਖਾਸ ਗੱਲ ਹੈ ਨਾ, ਖਾਸ ਮੰਨਦੇ ਨੇ। ਇਸ ਲਈ ਜੇ ਦੇਗ ਖਾ ਕੇ ਤੁਹਾਡੀ ਸ਼ੂਗਰ ਵੱਧ ਜਾਣੀ, ਫਿਰ ਦੇਗ ਦਾ ਫਾਇਦਾ ਫਿਰ ਕਿਆ ਹੋਇਆ? ਦੇਗ ਨੇ ਤਾਂ ਸਾਨੂੰ ਤੰਦਰੁਸਤ ਕਰਨਾ, ਇਸ ਨੂੰ ਸਗੋਂ ਸਾਨੂੰ ਤੰਦਰੁਸਤ ਕਰਨਾ ਵੀ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋਈ ਹੈ, ਬਖਸ਼ਿਸ਼ ਹੈ। ਹਿੰਦੀ ਵਾਲੇ ਇਸ ਨੂੰ ਕਹਿੰਦੇ ਪ੍ਰਸਾਦ। ਪ੍ਰਸਾਦ ਜਿਵੇਂ ਆਪਾਂ ਕਹਿੰਦੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਪ੍ਰਸਾਦ ਦਾ ਬਖਸ਼ਿਸ਼, ਇਹ ਗੁਰੂ ਦੀ ਬਖਸ਼ਿਸ਼ ਹੈ ਸਿੱਖ 'ਤੇ। ਗੁਰੂ ਖੁਸ਼ ਹੋ ਕੇ ਦੇ ਰਿਹਾ ਵੀ ਲੈ ਵੀ ਸਿੱਖ ਛਕ। ਪਹਿਲਾਂ ਖੁੱਲ੍ਹੇ ਗੱਫੇ ਛਕਾਇਆ ਕਰਦੇ ਸਨ। ਦਸਮ ਪਾਤਸ਼ਾਹ ਜਦੋਂ ਖੁਸ਼ ਹੁੰਦੇ ਸਿੱਖਾਂ ਦੇ, ਬੜੀ ਦੇਗ ਬਣਾਉਂਦੇ ਸਨ, ਕਹਿੰਦੇ ਖੁੱਲ੍ਹੀ ਵਰਤਾਓ ਬਈ ਸਿੰਘਾਂ ਨੂੰ, ਛਕਾਓ ਦੇਗ ਛਕਾਓ। ਹੁਣ ਮੱਖੀ ਹੈ, ਕਹਿੰਦਾ ਜੇ ਪਾਪੀ ਨੂੰ ਭਗਤੀ ਨਹੀਂ ਨਾ ਚੰਗੀ ਲੱਗਦੀ, ਹਰੀ ਦੀ ਪੂਜਾ ਨਹੀਂ ਨਾ ਚੰਗੀ ਲੱਗਦੀ, ਮੱਖੀ ਨੂੰ ਚੰਦਨ ਨਹੀਂ ਚੰਗਾ ਲੱਗਦਾ। ਮੱਖੀ ਚੰਦਨ ਪਰ ਹਰੈ, ਪਰ ਹੁੰਦਾ ਛੱਡ ਦੇਣਾ। ਮੱਖੀ ਚੰਦਨ ਨੂੰ ਤੇ ਛੱਡ ਦਿੰਦੀ ਹੈ। ਜਹ ਬਿਗੰਧ ਜਿੱਥੇ ਦੁਰਗੰਧੀ ਹੈ ਤਹੀਂ ਜਾਏ, ਉੱਥੇ ਜਾਂਦੀ। ਜਿੱਥੇ ਬਦਬੂ ਆ ਰਹੀ ਹੈ ਉੱਥੇ ਜਾਂਦੀ, ਖੁਸ਼ਬੂ ਥਾਂ ਨਹੀਂ ਜਾਂਦੀ। ਕਿਉਂ? ਸੁਭਾਅ ਹੈ ਨਾ। ਜੇ ਪਾਪੀ ਦਾ ਸੁਭਾਅ ਹੈ, ਠੇਕਿਆਂ 'ਤੇ ਜਾਣਾ, ਸਤਸੰਗ 'ਚ ਨਹੀਂ ਹੋਣਾ। ਮੱਖੀ ਦਾ ਵੀ ਇਹੀ ਸੁਭਾਅ। ਤਾਂ ਇਹ ਉਦਾਹਰਨ ਦਿੱਤੀ ਮੱਖੀ ਦੀ। ਮੱਖੀ ਅਤੇ ਪਾਪੀ ਨੂੰ ਇੱਕੋ ਜਿਹੀ ਕਿਹਾ। ਮੱਖੀ ਚੰਦਨ ਦੇ ਦਰਖਤ 'ਤੇ ਨਹੀਂ ਬੈਠੇਗੀ, ਜਿੱਥੇ ਗੰਦਗੀ ਹੈ, ਜਿੱਥੇ ਬਦਬੂ ਆਉਂਦੀ ਹੈ, ਉੱਥੇ ਬੈਠੇਗੀ। ਕਿਉਂਕਿ ਜੋ ਸਾਡੇ ਅੰਦਰ ਹੈ ਨਾ, ਬਾਹਰੋਂ ਸਾਨੂੰ ਉਹੀ ਕੁਛ ਚੰਗਾ ਲੱਗਦਾ ਹੈ। ਖਿਆਲ ਰੱਖਣਾ ਹਮੇਸ਼ਾ, ਸਾਨੂੰ ਬਾਹਰੋਂ ਉਹੀ ਚੀਜ਼ ਚੰਗੀ ਲੱਗਦੀ ਹੈ ਜੋ ਸਾਡੇ ਅੰਦਰ ਹੁੰਦੀ ਹੈ। ਜਿਹਦੇ ਅੰਦਰ ਭਜਨ ਬੰਦਗੀ ਹੈ ਉਹਨੂੰ ਪਾਪ ਕਰਮ ਚੰਗੇ ਨਹੀਂ ਲੱਗਦੇ, ਉਹਨੂੰ ਸਤ ਸੰਗਤ ਚੰਗੀ ਲੱਗਦੀ ਹੈ, ਨਾਮ ਚੰਗਾ ਲੱਗਦਾ, ਬਾਣੀ ਚੰਗੀ ਲੱਗਦੀ ਹੈ, ਕੀਰਤਨ ਚੰਗਾ ਲੱਗਦਾ। ਕਿਉਂ? ਉਹਦੇ ਅੰਦਰ ਭਜਨ ਬੰਦਗੀ ਹੈ। ਪਰ ਜਿਹਦੇ ਅੰਦਰ ਭਜਨ ਬੰਦਗੀ ਨਹੀਂ, ਉਹਨੂੰ ਫਿਲਮਾਂ ਚੰਗੀਆਂ ਲੱਗਦੀਆਂ, ਉਹਨੂੰ ਬਾਜ਼ਾਰ ਦੀ ਅਵਾਰਾਗਰਦੀ ਚੰਗੀ ਲੱਗਦੀ ਹੈ, ਉਹਨੂੰ ਠੇਕੇ ਚੰਗੇ ਲੱਗਦੇ ਆ, ਹਾਤੇ ਚੰਗੇ ਲੱਗਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਉਹੀ ਕੁਛ ਹੈ। ਜੋ ਕੁਛ ਸਾਡੇ ਅੰਦਰ ਹੈ ਉਹੀ ਸਾਨੂੰ ਬਾਹਰੋਂ ਚੰਗਾ ਲੱਗਦਾ ਹੈ। ਇਸ ਲਈ ਖਾਣ ਪੀਣ ਪਹਿਨਣ ਤੋਂ ਹੀ ਕਿਸੇ ਬੰਦੇ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਕਿਹੋ ਜਿਹਾ ਹੈ। ਉਹਦੇ ਖਾਣ ਪੀਣ ਤੋਂ ਹੀ ਪਤਾ ਲੱਗ ਜੂਗਾ ਇਹ ਕਿਹੋ ਜਿਹਾ ਬੰਦਾ ਹੈ। ਇਹਦਾ ਮਤਲਬ ਇਹਦੇ ਅੰਦਰ ਇਹੀ ਚੀਜ਼ ਹੈ ਜਿਹੜੀ ਬਾਹਰੋਂ ਪਸੰਦ ਕਰ ਰਿਹਾ। ਅੰਦਰ ਜਿਹੜੀ ਚੀਜ਼ ਸਾਡੇ ਅੰਦਰ ਹੋਏਗੀ ਉਹ ਉਸੇ ਨੂੰ ਹੀ ਅਸੀਂ ਬਾਹਰੋਂ ਕੈਚ ਕਰਾਂਗੇ। ਜਿਵੇਂ ਉਦਾਹਰਨ ਵੀ ਦਿੱਤੇ ਸੀ, ਲੱਕੜੀ 'ਚ ਅੱਗ ਹੁੰਦੀ ਹੈ ਤਾਂ ਲੱਕੜੀ ਨੂੰ ਅੱਗ ਲੱਗਦੀ, ਲੋਹੇ 'ਚ ਅੱਗ ਨਹੀਂ ਹੁੰਦੀ, ਨਹੀਂ ਲੱਗਦੀ। ਕਿਉਂ ਨਹੀਂ ਲੱਗਦੀ? ਕਾਗਜ਼ ਦੇ ਵਿੱਚ ਅੱਗ ਹੁੰਦੀ ਹੈ, ਇਸ ਲਈ ਕਾਗਜ਼ ਨੂੰ ਅੱਗ ਲੱਗਦੀ ਹੈ। ਚੀਨੀ 'ਚ ਅੱਗ ਹੁੰਦੀ ਹੈ, ਇਹਨੂੰ ਵੀ ਅੱਗ ਲੱਗਦੀ ਹੈ। ਕਈ ਵਾਰੀ ਅੱਗ ਨੂੰ ਤੇਜ਼ ਕਰ ਲੈਣਾ, ਚੀੜੀ ਦੀ ਮੁੱਠ ਸੁੱਟਦਾ ਅੱਗ 'ਚ, ਭੜਕੁੱਟ ਦੀ ਅੱਗ। ਘਿਓ 'ਚ ਵੀ ਅੱਗ ਹੁੰਦੀ ਹੈ, ਤਾਂ ਹੀ ਮੜੀਆਂ ਜਿਹੀ ਲੱਕੜ ਦੇ ਉੱਤੇ ਘਿਓ ਪਾਉਂਦੇ ਕਿ ਨਹੀਂ, ਵੀ ਥੋੜ੍ਹੀ ਸੁਗੰਧੀ ਰਹੇ, ਬਦਬੂ ਨਾ ਇੱਕ ਤਾਂ ਆਵੇ, ਇੱਕ ਅੱਗ ਛੇਤੀ ਲੱਗੇ। ਜੋ ਚੀਜ਼ ਸਾਡੇ ਅੰਦਰ ਹੈ ਬਾਹਰੋਂ ਸਾਨੂੰ ਉਹੀ ਪਸੰਦ ਹੈ, ਅਤੇ ਸਮਝ ਲੈਣਾ ਚਾਹੀਦਾ ਬਾਹਰੋਂ ਇਸ ਨੂੰ ਕੀ ਪਸੰਦ ਹੈ ਉਹੀ ਕੁਛ ਦੇ ਅੰਦਰ ਹੈ।
ਉਹੀ ਕੁਛ ਇਸ ਦੇ ਅੰਦਰ ਹੈ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਵੈਦ ਮੂਆ ਰੋਗੀ ਮੂਆ, ਮੂਆ ਸਭ ਸੰਸਾਰ, ਏਕ ਕਬੀਰਾ ਨਾ ਮੂਆ, ਜਿਹ ਨਾਹੀ ਰੋਵਣ ਹਾਰ। ਵੈਦ ਵੀ ਮਰ ਗਿਆ, ਰੋਗੀ ਵੀ ਮਰ ਗਿਆ। ਨਾ ਵੈਦ ਨੇ ਰਹਿਣਾ, ਨਾ ਰੋਗੀ ਨੇ ਰਹਿਣਾ। ਵੈਦ ਸਮਝਦਾ ਮੇਰੀ ਦਵਾਈ ਨਾਲ ਮਰੀਜ਼ ਠੀਕ ਹੋਇਆ। ਵੈਦ ਡਾਕਟਰ, ਜਿਹਨੂੰ ਕਹਿੰਦੇ ਅੱਜ ਕੱਲ੍ਹ ਡਾਕਟਰ ਕਹਿੰਦੇ, ਪੁਰਾਣੇ ਜ਼ਮਾਨੇ ਵੈਦ ਕਹਿੰਦੇ। ਡਾਕਟਰ ਕਹਿੰਦਾ ਜਿਹੜੀ ਮੈਂ ਦਵਾਈ ਲਿਖ ਕੇ ਦਿੱਤੀ ਉਹਦੇ ਨਾਲ ਇਹ ਠੀਕ ਹੋਇਆ ਹੈ। ਧਰਮ ਕਹਿੰਦੇ ਨਹੀਂ ਡਾਕਟਰ ਸਾਹਿਬ, ਪਰਮਾਤਮਾ ਨੇ ਇਸ ਨੂੰ ਠੀਕ ਕਰਨਾ ਸੀ ਤਾਂ ਤੁਹਾਡੀ ਦਵਾਈ ਨੇ ਅਸਰ ਕੀਤਾ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਕਈ ਡਾਕਟਰ ਇਕੱਠੇ ਹੋ ਕੇ ਆ ਗਏ। ਦਵਾਈ ਤਾਂ ਲੱਗੂਗੀ ਜੇ ਪਰਮਾਤਮਾ ਵਿੱਚ ਖਲੋ ਜਾਏਗਾ। ਜੇ ਪਰਮਾਤਮਾ ਮਰੀਜ਼ ਨੂੰ ਠੀਕ ਕਰਨਾ ਚਾਹੁੰਦਾ ਤਾਂ ਡਾਕਟਰ ਦੀ ਦਵਾਈ ਲੱਗੇਗੀ, ਨਹੀਂ ਤਾਂ ਨਹੀਂ ਲੱਗਦੀ। ਮਰ ਜਾਂਦੇ ਲੋਕ, ਨਹੀਂ ਤਾਂ ਫਿਰ ਡਾਕਟਰ ਬਚਾ ਨਾ ਲੈਣ, ਮਰਨ ਲੈਣਾ ਕਿਸ ਨੂੰ ਦੇਣ। ਕਈ ਵਾਰੀ ਡਾਕਟਰ ਕਿੰਨੀ ਦੇਰ ਇਲਾਜ ਕਰਦੇ ਰਹਿੰਦੇ ਨੇ, ਅਖੀਰ 'ਤੇ ਹੱਥ ਖੜੇ ਕਰ ਦਿੰਦੇ ਨੇ, ਨਾ ਜੀ ਇਹਨੂੰ ਘਰ ਲੈ ਜਾਓ ਜੀ, ਇਹ ਸਾਡੇ ਵੱਸ ਦਾ ਨਹੀਂ ਹੈਗਾ। ਕਿਉਂ? ਪਰਮਾਤਮਾ ਵਿੱਚ ਹੀ ਨਹੀਂ ਖਲੋਤਾ। ਜੇ ਪਰਮਾਤਮਾ ਸਹਾਇਤਾ ਕਰਦਾ ਤਾਂ ਫਿਰ ਜਿਹੜਾ ਹੈ ਉਹਨੇ ਬਚ ਜਾਣਾ ਸੀ। ਹੁਣ ਅਸੀਂ ਕਿਉਂ ਪਾੜ ਦਿੰਦੇ ਹਾਂ? ਉਹਦੇ ਮਗਰ ਲੌਜਿਕ ਹੈ, ਐਵੇਂ ਨਹੀਂ ਵੀ ਹਾਂ ਆਹ ਬਾਣੀ ਪੜ੍ਹ ਪੜ੍ਹ। ਲੌਜਿਕ ਉਹਦੇ ਮਗਰ। ਬਿਮਾਰ ਹੈ ਬੰਦਾ ਜੀ, ਫਰਕ ਨਹੀਂ ਕੋਈ ਪੈ ਰਿਹਾ, ਕਿੰਨੇ ਦਿਨ ਹੋ ਗਏ ਹਸਪਤਾਲ, ਸਾਡਾ ਦਿਵਾਲਾ ਨਿਕਲ ਰਿਹਾ ਹੈ। ਸਾਨੂੰ ਪਤਾ ਹੈ ਕਿ ਜਿੰਨਾ ਚਿਰ ਗੁਰੂ ਜਾਂ ਪਰਮਾਤਮਾ ਵਿੱਚ ਨਹੀਂ ਨਾ ਖਲੋਂਦਾ ਇਹਨੇ ਠੀਕ ਨਹੀਂ ਹੋਣਾ। ਫਿਰ ਅਸੀਂ ਕਹਿੰਦੇ ਬਾਣੀ ਪੜ੍ਹ। ਸਾਡਾ ਗੁਰੂ ਕੌਣ ਹੈ? ਬਾਣੀ। ਅਸੀਂ ਗੁਰੂ ਨੂੰ ਵਿੱਚ ਖਿਲਾਰਦੇ ਹਾਂ। ਸੱਚੇ ਪਾਤਸ਼ਾਹ ਤੁਸੀਂ ਖਲੋਵੋ, ਤੁਸੀਂ ਕਿਰਪਾ ਕਰੋ, ਫਿਰ ਦਵਾਈ ਲੱਗੂਗੀ, ਫਿਰ ਲੱਗੂਗੀ, ਅਤੇ ਫਿਰ ਠੀਕ ਹੋਣਾ ਸ਼ੁਰੂ ਹੋ ਜਾਂਦਾ। ਹੋਰ ਕੋਈ ਨਹੀਂ। ਆਹੀ ਲੌਜਿਕ ਉਹਦੇ ਮਗਰ। ਕਈ ਨੂੰ ਪਤਾ ਨਹੀਂ ਕਿਉਂ ਪਾੜ ਦਿੰਦੇ ਨੇ, ਉਹਦੇ ਮਗਰ ਲੌਜਿਕ ਹੈ। ਅਸੀਂ ਗੁਰੂ ਮਹਾਰਾਜ ਨੂੰ ਵਿੱਚ ਖਿਲਾਰਨੇ। ਜਿਸ ਕਾਰਜ ਦੇ ਵਿੱਚ ਗੁਰੂ ਮਹਾਰਾਜ ਖਲੋ ਜਾਣਗੇ ਉਹ ਕਾਰਜ ਕਿਵੇਂ ਨਹੀਂ ਹੋਵੇਗਾ ਜੀ? ਕਿਵੇਂ ਨਹੀਂ ਉਹ ਕਾਰਜ ਹੋਏਗਾ? ਤੁਸੀਂ ਅਖੰਡ ਪਾਠ ਕਰਾਉਂਦੇ ਹੋ, ਸਹਿਜ ਪਾਠ ਕਰਾਉਂਦੇ ਹੋ, ਵਿਆਹ ਸ਼ਾਦੀ ਤੋਂ ਪਹਿਲਾਂ ਹੋਰ ਕਾਰਜ ਪਹਿਲਾਂ ਕਰਾਉਂਦੇ ਹੋ ਕਿ ਨਹੀਂ? ਹੇ ਸੱਚੇ ਪਾਤਸ਼ਾਹ ਇਹ ਵਿਆਹ ਨਿਰਵਿਘਨ ਹੋ ਜਾਏ। ਕਈ ਵਾਰੀ ਆਪਣੀ ਸ਼ੰਕਾ ਹੁੰਦਾ ਵੀ ਕਿਤੇ ਟੁੱਟ ਫੁੱਟ ਨਾ ਹੋ ਜਾਏ। ਆਪਾਂ ਅਖੰਡ ਪਾਠ ਕਰਾਉਣੇ, ਘਰ 'ਚ ਪ੍ਰਵੇਸ਼ ਕਰਨੇ ਤਾਂ ਅਖੰਡ ਪਾਠ ਕਰਾਉਣੇ। ਸੱਚੇ ਪਾਤਸ਼ਾਹ ਸਾਡੇ ਲਈ ਜਿਹੜਾ ਘਰ ਹੈ ਇਹ ਸੁੱਖ ਰਹਿਣਾ ਹੋਵੇ, ਅਸੀਂ ਇਸ ਘਰ 'ਚ ਸੁਖੀ ਰਹੀਏ। ਅਸੀਂ ਗੁਰੂ ਮਹਾਰਾਜ ਨੇ ਖਿਲਾਰਿਆ ਵਿੱਚ ਵੀ ਤੁਸੀਂ ਖਲੋਵੋ, ਇਹ ਤਾਂ ਸਾਡੇ ਲਈ ਸੁੱਖ ਰਹਿਣਾ ਹੋਵੇਗਾ, ਤਾਂ ਸੁੱਖ ਰਹਿਣਾ ਹੋਵੇਗਾ। ਇੱਥੇ ਕਲੋਨੀ ਦੇ ਵਿੱਚ ਇੱਕ ਘਰ 'ਚ ਅਖੰਡ ਪਾਠ ਸੀ। ਮੈਂ ਕਥਾਵਾਰ 'ਚ ਵੀ ਕਿਹਾ, ਮੈਂ ਦੇਖੋ 48 ਘੰਟਾ ਕੀਰਤਨ ਹੋਇਆ, 49 ਘੰਟੇ, ਅੱਧਾ ਪੌਣਾ ਘੰਟਾ ਕਥਾ ਹੋਈ ਹੈ, ਅਰਦਾਸ ਹੋਈ, 50 ਘੰਟੇ। 50 ਘੰਟਿਆਂ ਤੁਹਾਡਾ ਘਰ ਪਵਿੱਤਰ ਹੋ ਗਿਆ ਹੈ। ਅਜਿਹਾ ਨਾ ਹੋਵੇ ਕਿ ਹੁਣ ਤੁਸੀਂ ਬੋਤਲਾਂ ਖੋਲ੍ਹ ਕੇ ਇੱਥੇ ਬਹਿ ਜਾਓ ਅਤੇ 50 ਘੰਟੇ ਦੀ ਕੀਤੀ ਕਰੇ 1 ਘੰਟੇ ਖਰਾਬ ਕਰ ਦਿਓ। ਅਗਰ ਮੈਂ ਤੁਸੀਂ ਇੱਥੇ ਬੋਤਲਾਂ ਖੋਲ੍ਹ ਲਈਆਂ ਨਾ, ਜੈਸਾ ਤੁਸੀਂ ਅਖੰਡ ਪਾਠ ਕਰਾਇਆ ਤੈਸਾ ਨਾ ਕਰਾਇਆ। 50 ਘੰਟੇ ਲਾ ਕੇ ਤੁਸੀਂ ਘਰ ਨੂੰ ਪਵਿੱਤਰ ਕੀਤਾ, ਇੱਕ ਬੋਤਲ ਨੇ ਤੁਹਾਡੇ ਘਰ ਨੂੰ ਅਪਵਿੱਤਰ ਕਰ ਦੇਣਾ। ਨਹੀਂ ਜੀ, ਦੋਸਤ ਮਿੱਤਰ ਰਿਸ਼ਤੇ ਹਟਦੇ ਨੇ। ਬਸ ਗੁਰੂ ਗ੍ਰੰਥ ਜਾਣ ਦੀ ਦੇਰ ਸੀ, ਹੋ ਗਿਆ ਕੰਮ ਸ਼ੁਰੂ। ਉਹਨਾਂ ਨੂੰ 2-3 ਦਿਨਾਂ ਲਈ ਕਿਤੇ ਜਾਣਾ ਪੈ ਗਿਆ। ਉਹ ਸਨ ਕਿਰਾਏਦਾਰ, ਉੱਥੇ ਕਿਰਾਏਦਾਰ ਆਏ ਸਨ। ਇੱਕ 4 ਬੰਦੇ ਆਏ ਟਰੱਕ ਲੈ ਕੇ। ਉਹਨੇ ਦੇਖਿਆ ਵੀ ਤਾਂ 3 ਦਿਨਾਂ ਲਈ ਗਏ ਨੇ। ਆਰਾਮ ਨਾਲ ਉਹਨਾਂ ਸਮਾਨ ਲੱਦਣਾ ਸ਼ੁਰੂ ਕਰਤਾ ਦਿਨੇ। ਉਦੋਂ ਮੋਬਾਈਲ ਮੂਲ ਹੁੰਦੇ ਕੋਈ ਨਹੀਂ ਸਨ, ਅਤੇ ਨਵੇਂ ਆਏ ਬੰਦੇ ਦੇ ਟੈਲੀਫੋਨ ਨੰਬਰ ਵੀ ਲੋਕਾਂ ਨੂੰ ਪਤਾ ਹੁੰਦਾ।
ਉਹ ਕਹਿੰਦੇ ਵੀ ਕੀ ਗੱਲ ਕਹੇ, ਸਾਡਾ ਤਾਂ ਇੱਥੇ ਜੀ ਨਹੀਂ ਲੱਗਾ ਜੀ, ਸਾਡਾ ਤਾਂ ਇੱਥੇ ਜੀ ਨਹੀਂ ਲੱਗਾ, ਅਸੀਂ ਆਪਣਾ ਸਮਾਨ ਲੈ ਕੇ ਜਾ ਰਹੇ ਹਾਂ। ਹੋਰ ਹੀ ਆ ਗਏ, ਸਾਰਾ ਸਮਾਨ ਲੱਦਿਆ ਲੈ ਗਏ, ਉਹ ਜਿੱਦੇ ਮੁੜੇ ਘਰ ਖਾਲੀ। ਉਹ ਲੋਕ ਕਹਿੰਦੇ ਭਾਈ ਆਏ ਸੀ, ਸਾਨੂੰ ਤਾਂ ਤੁਹਾਡੀ ਪਹਿਚਾਣ ਨਹੀਂ ਸੀ ਕਿ ਤੁਸੀਂ ਇੱਕੋ ਦਿਨ ਤੁਸੀਂ ਆਏ, ਅਗਲੇ ਦਿਨ ਤੁਸੀਂ ਚਲੇ ਗਏ, ਸਾਨੂੰ ਤਾਂ ਤੁਹਾਡੀ ਪਹਿਚਾਣ ਨਹੀਂ ਸੀ। ਅਤੇ ਉਹ ਤਾਂ ਕਹਿੰਦੇ ਜੀ ਸਾਡਾ ਤਾਂ ਇੱਥੇ ਜੀ ਨਹੀਂ ਲੱਗਾ ਹੈ, ਅਸੀਂ ਨਹੀਂ ਇੱਥੇ ਰਹਿੰਦੇ, ਅਸੀਂ ਘਰ ਛੱਡ ਕੇ ਜਾ ਰਹੇ ਹਾਂ ਆਪਣਾ। ਅਸੀਂ ਉਹਨੂੰ ਕੋਈ ਨਹੀਂ ਰੋਕਿਆ, ਸਾਡੇ ਸਾਹਮਣੇ ਸਮਾਨ ਲੱਦਦੇ ਰਹੇ ਨੂੰ, ਘਰ ਦਾ ਕੱਖ ਨਹੀਂ ਛੱਡਿਆ, ਸਾਰੇ ਦਾ ਸਾਰਾ ਹੀ ਲੱਦ ਕੇ ਲੈ ਗਏ, ਖਾਲੀ ਕਰਦਾ ਘਰ। ਮੈਂ ਤੁਹਾਨੂੰ ਕਿਹਾ ਨਹੀਂ ਸੀ ਵੀ ਇਹੋ ਜਿਹੇ ਕੰਮ ਨਹੀਂ ਕਰੀ ਜਾਂਦੇ, ਨਾ ਪਾਠ ਕਰਾਓ, ਕੋਈ ਜ਼ਰੂਰੀ ਹੈ। 50 ਘੰਟੇ ਲਾ ਕੇ ਤੁਸੀਂ ਪਵਿੱਤਰ ਕੀਤੇ, 1 ਘੰਟੇ ਜਿਹਨੂੰ ਅਪਵਿੱਤਰ ਕਰੇ, ਤੁਸੀਂ ਕੀ ਖਟਿਆ? 5-6 ਹਜ਼ਾਰ ਪਾਠੀਆਂ ਨੂੰ ਦਿੱਤਾ, ਕੀਰਤਨੀਆਂ ਨੂੰ ਵੀ ਦਿੱਤਾ, ਕਈ ਹਜ਼ਾਰ ਦਾ ਤੁਸੀਂ ਲੰਗਰ ਸੰਗਤ ਨੂੰ ਛਕਾਇਆ ਹੈ, ਕੀ ਖਟਿਆ ਤੁਸੀਂ? ਇਸ ਗੱਲ ਮੈਂ ਆਪਣੇ ਵੱਡੇ ਭਰਾ ਨੂੰ ਵਧੀਆ ਗਿਣਦਾ। ਉਹ ਪੀਂਦੇ ਪੁੰਦੇ ਸਨ, ਉਹਨੇ ਮੇਰੀ ਡਿਊਟੀ ਲਾਤੀ, ਤੂੰ ਆਪਣਾ ਘਰ ਪਾਇਆ ਹੋਇਆ, ਤੈਨੂੰ ਤਜਰਬਾ ਹੈ, ਮੇਰਾ ਘਰ ਹੀ ਪਾ ਦੇ, ਪੈਸੇ ਮੈਂ ਭੇਜੀ ਜਾਵਾਂਗਾ। ਮੈਂ ਕੋਈ ਗੱਲ ਨਹੀਂ, ਮੈਂ ਆਪਣੇ ਵਾਲਾ ਮਿਸਤਰੀ ਮਜ਼ਦੂਰ ਉਹੀ ਲਏ, ਹੁਣ ਪਾਉਣਾ ਸ਼ੁਰੂ ਕਰਤਾ। ਜਿੱਦੇ ਨੀਹਾਂ ਰੱਖੀਆਂ ਸੀ ਉਹਦੇ ਮੈਂ ਉਹਨੂੰ ਘਨੌਰ ਤੋਂ ਸੱਦ ਲਿਆ, ਮੈਂ ਆਓ ਜੀ ਅੱਜ ਨੀਹਾਂ ਰੱਖੀਆਂ ਜਾਣੀਆਂ ਨੇ। ਜਿੱਦੇ ਲੈਂਟਰ ਪੈਣਾ ਸੀ ਉਹਦੇ ਸੱਦ ਲਿਆ ਵੀ ਆ ਜਾਓ ਜੀ ਅੱਜ ਲੈਂਟਰ ਪੈਣਾ। ਜਦੋਂ ਸਾਰਾ ਰੰਗ ਰੋਗਨ ਹੋ ਗਿਆ, ਅੰਦਰੋਂ ਬਾਹਰੋਂ ਐਨ ਰੈਡੀ ਹੋ ਗਿਆ, ਮੈਂ ਤੁਹਾਡਾ ਘਰ ਰੈਡੀ ਹੋ ਗਿਆ, ਆ ਜਾਓ। ਮੈਂ ਕੋਈ ਪਾਠ ਕਰਾਉਣਾ ਪ੍ਰਵੇਸ਼ ਕਰਨ ਤੋਂ ਪਹਿਲਾਂ? ਕਹਿੰਦਾ ਦੇਖ ਯਾਰ, ਮੈਂ ਤੇਰੀ ਕਥਾ ਵਾਰਤਾ ਸੁਣਦਾ ਰਹਿਣਾ, ਮੈਂ ਤਾਂ ਪੀਣੀ ਹੈ, ਕੀ ਫਾਇਦਾ? ਉਹਨੇ ਜਿੰਨੇ ਰੁਪਈਏ ਮੈਂ ਲੰਗਰ 'ਤੇ ਲਾਵਾਂਗਾ, ਪਾਠ 'ਤੇ ਲਾਵਾਂਗਾ, ਉਹਨੇ ਦੀ ਮੈਂ ਸ਼ਰਾਬ ਖਰੀਦਾ, ਸਾਲ ਮੇਰਾ ਲੰਘ ਜਾਣਾ, ਅਤੇ ਪੀਣੀ ਤਾਂ ਮੈਂ ਹੈ, ਅਤੇ ਤੂੰ ਕਹੇਂਗਾ ਜੀ ਅਪਵਿੱਤਰ ਕਰਤਾ। ਆਪਾਂ ਲੋੜ ਅਪਵਿੱਤਰ ਹੀ ਰਹਿਣ ਦੇ ਨੂੰ। ਮੈਨੂੰ ਬੜਾ ਚੰਗਾ ਲੱਗਿਆ, ਮੈਂ ਠੀਕ ਹੈ। ਕਹਿੰਦੇ ਜਦੋਂ ਤੂੰ ਇਹ ਕਹਿਣਾ ਕਿ ਤੁਸੀਂ ਪਹਿਲਾਂ ਅਖੰਡ ਪਾਠ ਕਰਾਇਆ, ਕੀਰਤਨ ਕਰਾਇਆ, ਸੰਗਤ ਲੰਗਰ ਪਾਣੀ ਛਕਾਇਆ, ਫਿਰ ਮਗਰ ਤੂੰ ਸ਼ਰਾਬ ਪੀ ਕੇ ਨੂੰ ਅਪਵਿੱਤਰ ਕਰ ਲਿਆ, ਕਹਿੰਦੇ ਵੀ ਆਪਾਂ ਤਾਂ ਪੀਣੀ ਹੈ, ਇਸ ਲਈ ਸਾਨੂੰ ਤਾਂ ਲੋੜ ਹੀ ਨਹੀਂ ਉਹਨੂੰ ਪਵਿੱਤਰ ਕਰਨ ਦੀ, ਜਿਹੋ ਜਿਹਾ ਹੈ ਉਹੋ ਜਿਹੀ ਹੈ। ਉਹਨੇ ਜਿੰਨੇ ਸਾਲ ਰਹੇ ਉਹਨੇ ਕੋਈ ਪਾਠ ਨਹੀਂ ਕਰਾਇਆ, ਉਹਨਾਂ ਦੇ ਮਰਨ ਤੋਂ ਬਾਅਦ ਹੀ ਅਸੀਂ ਉਸ ਘਰ 'ਚ ਪਾਠ ਕਰਾਇਆ। ਚਲੋ ਹੁਣ ਤਾਂ ਕਰਾਉਣੇ, ਭਰਾ ਮਰ ਗਏ, ਘਰ ਪਾਠ ਦੇ ਕਰਾਉਣੇ ਸੀ, ਪਰ ਮੈਨੂੰ ਕੋਈ ਅਫਸੋਸ ਨਹੀਂ ਹੋਇਆ। ਮੈਂ ਹਾਂ ਯਾਰ ਬੰਦਾ ਠੀਕ ਹੈ, ਲੋਕ ਵਿਖਾਵਾ ਕੀ ਕਰਨਾ, ਇਹ ਤਾਂ ਲੋਕ ਵਿਖਾਵੇ। ਹਾਂਜੀ ਹਾਂਜੀ, ਪਾਠ ਕਰਾਈਦਾ ਪਹਿਲਾਂ ਜੀ ਪ੍ਰਵੇਸ਼ ਹੋਣ ਤੋਂ ਬਾਅਦ, ਅਤੇ ਮਗਰ ਫਿਰ ਉੱਥੇ ਗੰਦ ਵੀ ਉਹੀ ਪਾਉਣਾ ਹੈ। ਸੋ ਇਸ ਲਈ ਕਹਿੰਦੇ ਵੈਦ ਮੂਆ, ਵੈਦ ਜਿਹੜਾ ਕਹਿੰਦਾ ਸੀ, ਜਦੋਂ ਕਹਿੰਦੇ ਨੇ ਖੀਰ ਸਮੁੰਦਰ ਨੂੰ ਦੇਵਤਿਆਂ ਨੇ ਅਤੇ ਰਾਖਸ਼ਾਂ ਰਲ ਕੇ ਰਿੜਕਿਆ ਨਾ, ਜਿਹੜਾ ਸੁਮੇਰ ਪਰਬਤ ਹੈ ਜਿਹਨੂੰ ਹਿਮਾਲਾ ਪਰਬਤ, ਇਹਦੀ ਮਧਾਣੀ ਬਣਾਈ, ਜਿਹੜਾ ਸ਼ੇਸ਼ ਨਾਗ ਉਹਦਾ ਨੇਤਰਾ ਬਣਾਇਆ, ਮਧਾਣੀ ਦੇ ਦੁਆਲੇ ਨੇਤਰਾ ਪਾਉਣਾ ਸੀ, ਉਹ ਰੱਸੀ ਜਿਹੀ ਹੁੰਦੀ ਨਾ ਮਧਾਣੀ ਦੁਆਲੇ ਜੀ ਖਿੱਚਦੇ ਰਹੇ, ਰਿੜਕਿਆ ਸਮੁੰਦਰ ਜੀ, ਉਹਦੇ ਵਿੱਚ 14 ਰਤਨ ਨਿਕਲੇ, ਉਹ 'ਚ ਇੱਕ ਧਨਵੰਤਰੀ ਵੈਦ ਨਿਕਲਿਆ। ਉਹ ਕਹਿੰਦਾ ਮੈਨੂੰ ਸਾਰੀਆਂ ਬਿਮਾਰੀਆਂ ਦਾ ਗਿਆਨ ਹੈ, ਮੈਂ ਆਪ ਕਦੇ ਮਰਾਂਗਾ ਹੀ ਨਹੀਂ, ਮੇਰੇ ਕੋਲ ਹਰ ਪ੍ਰਕਾਰ ਦੀ ਦਵਾਈ ਹੈ, ਕੁਛ ਹੋਇਆ ਮੈਨੂੰ ਮੈਂ ਦਵਾਈ ਖਾ ਆਪਣੀ ਜੇਬ 'ਚ ਹੀ ਰੱਖਿਆ ਕਰਦਾ ਸੀ ਦਵਾਈ, ਵੀ ਜਦੋਂ ਲੋੜ ਪਾਈ ਬਸ ਉਹਦੀ ਆਪਾਂ ਵਰਤਦੇ ਨਹੀਂ, ਜੇਬ 'ਚ ਦਵਾਈ ਹੈ। ਹੁਣ ਮੌਤ ਆਈ ਹੈ, ਸਦਾ ਤਾਂ ਕਿਸੇ ਰਹਿਣਾ ਨਹੀਂ, ਜੰਗਲ 'ਚੋਂ ਜਾ ਰਿਹਾ ਇਕੱਲਾ ਹੀ। ਜੰਗਲ 'ਚ ਕਈ ਦਰਖਤਾਂ ਦੇ ਉੱਡੜੇ ਸੱਪ ਹੁੰਦੇ ਨੇ, ਆਪਣੇ ਤਾਂ ਜੰਗਲ ਹੀ ਨਾ ਹੈਗੇ, ਜੇ ਮਲੇਸ਼ੀਆ ਹੈ, ਹੋਰ ਦੇਸ਼ ਨੇ ਬਹੁਤ ਜੰਗਲ ਨੇ, ਉੱਥੇ ਸੱਪ ਨੇ, ਉੱਥੇ ਸਰਾਲਾਂ ਰਹਿੰਦੀਆਂ, ਬਹੁਤ ਮੋਟੀਆਂ ਮੋਟੀਆਂ, ਕਈ ਕੁਇੰਟਲ ਦੀਆਂ ਭਾਰੀਆਂ, ਦਰਖਤਾਂ ਲਟਕ ਰਹੀਆਂ ਹੁੰਦੀਆਂ ਨੇ ਜਾਂ ਹੇਠਾਂ ਤੁਰੀਆਂ ਜਾਂਦੀਆਂ ਨੇ। ਉੱਥੇ ਉੱਡਣਾ ਸੱਪ ਸੀ ਕੋਈ, ਜਦੋਂ ਉਹਦੇ ਕੋਲੋਂ ਧਨਵੰਤਰੀ ਵੈਦ ਲੰਘਿਆ ਨਾ, ਉਹ ਮਗਰ ਪਿੱਠ 'ਤੇ ਲੜ ਗਿਆ। ਕਈ ਵਾਰੀ ਆਪਣਾ ਹੱਥ ਸਾਰੀ ਪਿੱਠ 'ਤੇ ਨਹੀਂ ਜਾਂਦਾ,
ਉਹ ਉੱਥੇ ਲੜਿਆ ਜਿੱਥੇ ਧਨਵੰਤਰੀ ਦਾ ਹੱਥ ਜਾਊਗਾ ਤੇ ਦਵਾਈ ਲਾਏਗਾ ਨਾ। ਉਹ ਲੜਿਆ ਹੀ ਉੱਥੇ ਜਿੱਥੇ ਉਹਦਾ ਹੱਥ ਹੀ ਨਹੀਂ ਜਾ ਸਕਿਆ। ਤੇ ਜਿਹੜਾ ਕਹਿੰਦੇ ਮੈਂ ਨਹੀਂ ਮਰਾਂਗਾ, ਉਹ ਡੰਗ ਨਾਲ ਮਰ ਗਿਆ, ਸਭ ਦੇ ਡੰਗ ਨਾਲ ਮਰ ਗਿਆ। ਦਵਾਈ ਹੱਥ ਉੱਥੇ ਪਹੁੰਚ ਹੀ ਨਹੀਂ ਸੀ। ਕੋਈ ਹੋਰ ਬੰਦਾ ਨਾਲ ਤੇ ਫਟਾਫਟ ਕਹਿੰਦਾ ਲਾਈ ਮੇਰੇ ਦਵਾਈ ਹੈ, ਪਰ ਨਹੀਂ, ਕੁਦਰਤ ਨੂੰ ਮਾਰਨਾ ਵੀ ਸਨੇ, ਇਸ ਲਈ ਐਸਾ ਮੌਕਾ ਤਿਆਰ ਕੀਤਾ ਵੀ ਇਕੱਲਾ ਹੀ ਹੋਵੇ। ਤੇ ਉੱਡਣੇ ਸੱਪ ਨੇ ਮਗਰੋਂ ਡੰਗ ਮਾਰਿਆ ਪਿੱਠ 'ਤੇ, ਹੱਥ ਹੀ ਨਹੀਂ ਜਾ ਸਕਿਆ ਉਹਦੇ ਉੱਤੇ, ਤੇ ਮਰ ਗਿਆ। ਇਸ ਲਈ ਵੈਦ ਮੂਗਾ, ਰੋਗੀ ਮੂਗਾ, ਮੂਗਾ ਸਭ ਸੰਸਾਰ ਨੇ ਮਰ ਜਾਣਾ, ਕਿਸੇ ਨੇ ਇੱਥੇ ਨਹੀਂ ਰਹਿਣਾ। ਨਾ ਵੈਦ ਨੇ ਰਹਿਣਾ, ਨਾ ਰੋਗੀ ਨੇ ਰਹਿਣਾ, ਨਾ ਲੋਕਾਂ ਨੇ ਰਹਿਣਾ, ਸਮਾਂ ਪਾ ਕੇ ਸਭ ਨੇ ਮਰ ਜਾਣਾ। ਏਕ ਕਬੀਰਾ ਨਾ ਮੂਆ ਜੇ ਨਾ ਹੀ ਰੋਵਣ ਹਾਰ। ਕਦੇ ਇੱਕ ਕਬੀਰ ਹੀ ਨਹੀਂ ਮਰਿਆ। ਤੁਸੀਂ ਕਹੋਗੇ ਕਬੀਰ ਮਰਿਆ ਹੀ ਨਹੀਂ? ਨਹੀਂ, ਮਰਨਾ ਤਾਂ ਸਾਰਿਆਂ ਨਹੀਂ ਹੈ। ਮਰਨ 'ਚ ਫਰਕ ਹੈ। ਕੀ ਗੁਰੂ ਅਰਜਨ ਦੇਵ ਮਰ ਗਏ? ਬੋਲੋ, ਨਹੀਂ ਮਰੇ, ਅਮਰ ਹੋ ਗਏ। ਕਹਿੰਦੇ ਇੱਕ ਕਬੀਰ ਹੀ ਨਹੀਂ ਮਰਿਆ। ਕਿਉਂ ਨਹੀਂ ਮਰਿਆ? ਜੇ ਨਾ ਹੀ ਰੋਵਣ, ਇਹਨੂੰ ਰੋਣ ਵਾਲਾ ਹੀ ਕੋਈ ਨਹੀਂ। ਪਰ ਮੇਰਾ ਕਿਸੇ ਨਾਲ ਮੋਹ ਹੀ ਨਹੀਂ। ਮੰਨ ਲਓ ਮੇਰਾ ਤੁਹਾਡੇ ਕਿਸੇ ਰਿਸ਼ਤੇਦਾਰ, ਦੋਸਤ, ਮਿੱਤਰ ਨਾਲ ਕੋਈ ਮੋਹ ਹੀ ਨਹੀਂ ਹੈਗਾ, ਅਤੇ ਜਿੱਦੇ ਮੈਂ ਮਰ ਗਿਆ ਕਿੰਨੇ ਰੋਣਾ ਮਗਰੋਂ? ਰੋਂਦੀ ਦੁਨੀਆ ਸੁੱਖ ਨੂੰ ਹੈ, ਬੰਦੇ ਨੂੰ ਕੋਈ ਨਹੀਂ ਰੋਂਦਾ। ਬੰਦੇ ਦਾ ਜਿਹੜਾ ਸੁੱਖ ਸੀ ਨਾ, ਉਹ ਸੁੱਖ ਕਰਕੇ ਰੋਂਦਾ ਵੀ ਹੁਣ ਸਾਨੂੰ ਸੁੱਖ ਨਹੀਂ ਮਿਲਣਾ। ਜਦੋਂ ਕੋਈ ਆਪਣਾ ਰਿਸ਼ਤਾ, ਬਾਪੂ ਬੇਬੇ, ਕੋਈ ਦਾਦਾ ਦਾਦੀ ਬਹੁਤ ਬੁੜੇ ਹੁੰਦੇ ਨੇ, ਕਈ ਸਾਲ ਬਿਮਾਰ ਰਹਿੰਦੇ ਨੇ, ਤੁਸੀਂ ਰੋਜ਼ ਅਰਦਾਸਾਂ ਮੰਨ ਕੇ ਸੱਚੇ ਪਾਤਸ਼ਾਹ ਨੂੰ ਚੱਕ ਲੈ। ਕਿਉਂ? ਤੁਹਾਨੂੰ ਪਤਾ ਹੁਣ ਇਸ ਤੋਂ ਕੋਈ ਫਾਇਦਾ ਤਾਂ ਹੈ ਨਹੀਂ, ਖਰਚਾ ਹੀ ਹੋਈ ਜਾ ਰਿਹਾ ਬਿਮਾਰੀ 'ਤੇ। ਸਾਂਭ ਸੰਭਾਈ ਵੀ ਕਰਨੀ ਪੈਂਦੀ ਹੈ, ਰਾਤ ਨੂੰ ਜਾਗਣਾ ਵੀ ਪੈਂਦਾ ਹੈ। ਜਿਹੜਾ ਮਗਰੋਂ ਰੋਂਦੇ ਨੇ 5-7 ਮਿੰਟ, ਉਹ ਤਾਂ ਲੋਕ ਵਿਖਾਵੇ ਲਈ ਹੁੰਦਾ ਵੀ ਲੋਕ ਕੀ ਕਹਿਣਗੇ। ਉਹ ਉੱਤੋਂ ਰੋ ਪੈਣਾ, ਵਿੱਚੋਂ ਕਹਿਣਾ ਸ਼ੁਕਰ ਹੈ ਮਰੀ ਬੁੜੀ। ਕਿਉਂ? ਉਹ ਤਾਂ ਹੁਣ ਕੋਈ ਫਾਇਦਾ ਨਹੀਂ। ਸਿਆਣ ਕੇ ਬੰਦੇ ਨੂੰ ਕੋਈ ਨਹੀਂ ਰੋਂਦਾ। ਬੰਦੇ ਦਾ ਜੋ ਲਾਭ ਹੈ ਨਾ, ਉਸ ਕਰਕੇ ਰੋਂਦੇ ਨੇ। ਬੁੱਢੇ ਦਾ ਕੋਈ ਲਾਭ ਨਹੀਂ ਹੁੰਦਾ, ਇਸ ਲਈ ਉਹ ਭਾਈ ਮਰਨਾ ਹੀ ਹੁਣ, ਕਿਹੜਾ ਸਦਾ ਬੈਠੇ ਰਹਿਣੇ। ਲੋਕ ਵੀ ਆਏ ਨੇ, ਬੱਚਾ ਮਰ ਜੇ ਉਸ ਤੋਂ ਪਤਾ ਹੈ ਇਸ ਤੋਂ ਵੱਡਾ ਹੋਏਗਾ, ਸਾਨੂੰ ਪਾਲੇਗਾ, ਫਲਾਣਾ ਕਰੇਗਾ, ਉਮੀਦ ਹੁੰਦੀ ਹੈ। ਉਹਨੂੰ ਜ਼ਿਆਦਾ ਰੋਂਦੇ ਨੇ। ਉਸ ਤੋਂ ਉਮੀਦ ਹੈ ਵੀ ਸ਼ਾਇਦ ਇਹ ਨਹੀਂ ਪਤਾ ਵੱਡਾ ਹੋ ਤੁਹਾਡੀ ਦਾੜੀ ਪੱਟੇ, ਇਹ ਕੀ ਪਤਾ? ਇਹ ਨਹੀਂ ਪਤਾ। ਕਿੰਨਿਆਂ ਨੇ ਪੁੱਤਰ ਮੰਗੇ, ਬੜੇ ਢੋਲ ਵਜਾਏ। ਰੋਜ਼ ਅਖਬਾਰ 'ਚ ਆਉਂਦਾ ਪੁੱਤਰ ਨੇ ਬਾਪ ਮਾਰਤਾ ਜੀ, ਪੁੱਤਰ ਨੇ ਮਾਂ ਮਾਰਤੀ ਜੀ। ਨਸ਼ਈ ਸੀ, ਪੈਸੇ ਦਿੰਦੇ ਨਹੀਂ ਸੀ। ਉਹ ਇੱਕ ਬੀਬੀ ਵਿਚਾਰੀ ਅਰਦਾਸ ਕਰਦੀ ਰਹਿੰਦੀ, ਮੇਰਾ ਪੁੱਤਰ ਜੀ ਘਰ ਦੇ ਭਾਂਡੇ ਵੇਚ ਦਿੰਦਾ। ਮੈਂ ਫਿਰ ਤੁਸੀਂ ਗਰੀਬ ਹੋ, ਤੁਸੀਂ ਉਹਨੂੰ ਪੈਸੇ ਦੇ ਨਹੀਂ ਸਕਦੇ। ਉਹ ਰੋਜ਼ ਪੀਂਦਾ ਹੈਗਾ, ਉਹ ਭਾਂਡੇ ਵੇਚ ਦਿੰਦਾ। ਜੋ ਮਿਲਿਆ ਵੇਚ, ਹੁਣ ਬਸ ਜਿੰਨੇ ਪਊਗਾ ਮਿਲ ਗਿਆ ਪਊਗਾ ਪੀ ਲੈਣੀ, ਅਧੀ ਮਿਲ ਗਿਆ ਅਧੀ ਪੀ ਲੈਣੀ। ਉਹਨੂੰ ਭਾਂਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਹੁਣ ਇਹੋ ਜਿਹਾ ਮਰ ਜੇ ਅਤੇ ਮਾਂ ਐਵੇਂ 2-4 ਮਿੰਟ ਲੋਕ ਵਿਖਾਵੇ ਲਈ ਰੋਵੇਗੀ, ਉਹ ਕਹੇ ਚੰਗਾ ਮਗਰੋਂ ਲੱਥਾ, ਇਹਨੇ ਜਾਨ ਖਾ ਲਈ ਸੀ ਇੰਨੇ ਸਾਲਾਂ ਦੀ। ਇੱਕ ਤੇਈਆ ਤਾਪ ਹੁੰਦਾ, ਜਿੰਨੇ ਟਾਈਫਾਈਡ ਕਦੇ, ਇਹ ਸੀ ਬਹੁਤ ਸਾਰੇ ਲੋਕ ਮਰ ਜਾਂਦੇ। ਆ ਤੈਨੂੰ ਚੜ੍ਹ ਜੇ ਤੇਈਆ ਵੀ ਮਰ ਜੇ ਤੂੰ ਮਗਰੋਂ ਲਹੇ ਤੂੰ। ਪਹਿਲਾਂ ਨਾ ਅੱਜ ਤੋਂ 100 ਸਾਲ ਪਹਿਲਾਂ ਪਲੇਗ ਫੈਲ ਗਈ ਸੀ। 1,80,00,000 ਹਿੰਦੁਸਤਾਨ 'ਚ ਬੰਦਾ ਪਲੇਗ ਨਾਲ ਹੀ ਮਰ ਗਿਆ ਸੀ। ਚੂਹਿਆਂ ਤੋਂ ਫੈਲਦੀ ਇਹ। ਚੂਹੇ 'ਤੇ ਪਿੱਸੂ ਹੁੰਦੇ ਨੇ, ਚੂਹੇ ਨੂੰ ਪਲੇਗ ਹੋ ਜਾਂਦੀ ਹੈ। ਉਹ ਖੁੜ 'ਚ ਨਿਕਲ ਬਾਹਰ ਟੱਪਦਾ, ਕਿ ਉਹ ਟੱਪਦਾ, ਉਹ ਪਿੱਸੂ ਤੋਂ ਝੜਦੇ ਨੇ। ਬਸ ਪਿੱਸੂ ਜਿਹਨੂੰ ਡੰਗ ਮਾਰਦੇ ਉਹੀ ਬੰਦਾ ਮਰਦਾ ਜਾਂਦਾ। ਪਲੇਗ ਫੈਲ ਗਈ ਸਾਰੇ ਹਿੰਦੁਸਤਾਨ 'ਚ। 1,80,00,000 ਬੰਦਾ ਅੱਜ ਤੋਂ 100 ਸਾਲ ਪਹਿਲਾਂ ਮਰ ਗਿਆ ਸੀ ਇਕੱਲੇ ਹਿੰਦੁਸਤਾਨ 'ਚ। ਜਿਵੇਂ ਹੁਣ ਕਰੋਨਾ ਨਾਲ ਮਰ ਰਹੇ ਨੇ 30-35 ਤਾਂ ਰੋਜ਼ ਪੰਜਾਬ 'ਚ ਹੀ ਮਰ ਜਾਂਦੇ। ਬਾਕੀ ਹਿੰਦੁਸਤਾਨ 28-29 ਸੂਬੇ ਨੇ, ਕਿੰਨੇ ਰੋਜ਼ ਮਰਦੇ ਹੋਣਗੇ? ਅਤੇ ਹੁਣ ਤੱਕ ਕਿੰਨੇ ਹੀ ਮਰ ਲਏ, ਕਿੰਨੇ ਲੱਖ। ਅਮਰੀਕਾ 'ਚ ਬੰਦਾ ਮਰ ਗਿਆ ਹੈ। ਇਸ ਲਈ ਇਹ ਸਭ ਨੇ ਮਰਨਾ। ਕਹਿੰਦੇ ਮੈਂ ਨਹੀਂ ਮਰਨਾ। ਕਬੀਰ ਨਹੀਂ ਮੋਇਆ ਕਿ ਉਹਨੂੰ ਰੋਣ ਵਾਲਾ ਹੀ ਕੋਈ ਨਹੀਂ ਸੀ। ਪਰ ਮੇਰਾ ਮੋਹ ਹੀ ਨਹੀਂ ਹੈ।
ਜਿਹਦਾ ਮੋਹ ਹੀ ਨਹੀਂ ਉਹਨੇ ਤੇ ਅਮਰ ਹੋ ਜਾਣਾ। ਆਪਾਂ ਮਰਦੇ ਹਾਂ ਇਸ ਲਈ ਦੁਬਾਰਾ ਜਨਮ ਲੈਂਦੇ। ਜਦੋਂ ਆਪਾਂ ਨਾ ਮਰਾਂਗੇ ਦੁਬਾਰਾ ਜਨਮ ਨਹੀਂ ਹੋਏਗਾ। ਸਰੀਰ ਤੇ ਤਿਆਗ ਨਹੀਂ ਤਿਆਗਣਾ ਸਾਰਿਆਂ ਨੇ। ਸਾਡੇ ਮਰਨ ਅਤੇ ਗੁਰੂਆਂ ਦੇ ਮਰਨ 'ਚ, ਸਾਧੂਆਂ ਦੇ ਮਰਨ 'ਚ ਫਰਕ ਹੈ। ਅਸੀਂ ਵਾਰੀ ਵਾਰੀ ਜੰਮਦੇ ਮਰਦੇ ਰਹਿੰਦੇ ਹਾਂ। ਉਹ ਬਸ ਉਹ ਇੱਕੋ ਵਾਰੀ ਆਉਣਾ ਸੁਣਾ ਸੰਸਾਰ 'ਤੇ, ਮੁੜ ਕੇ ਸੱਚਖੰਡ ਫਿਰ ਵਾਪਸ ਚਲੇ ਜਾਂਦੇ ਨੇ। ਸੋ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਨਹੀਂ ਮੋਇਆ ਕਿਉਂਕਿ ਮੈਨੂੰ ਰੋਣ ਵਾਲਾ ਹੀ ਕੋਈ ਨਹੀਂ ਮਗਰੋਂ। ਮੈਨੂੰ ਰੋਣ ਵਾਲਾ ਮੇਰਾ ਮੋਹ ਹੀ ਨਹੀਂ ਕਿਸੇ ਨਾਲ। ਮੋਹ ਜਦੋਂ ਸਾਡਾ ਮੋਹ ਕਿਸੇ ਚੀਜ਼ ਨਾਲ, ਸਾਨੂੰ ਮਰਨ ਵੇਲੇ ਉਹ ਚੀਜ਼ ਯਾਦ ਆਵੇਗੀ। ਜਦੋਂ ਯਾਦ ਹੈ ਸਾਨੂੰ ਦੁਬਾਰਾ ਜਨਮ ਲੈਣਾ ਪੈ ਜਾਏਗਾ। ਇਹ ਬੜਾ ਸਿਆਪਾ ਹੈ। ਆਖਰੀ ਸਮੇਂ ਜੋ ਤੁਹਾਡੀ ਇੱਛਾ ਹੈ ਉਹ ਪੂਰੀ ਕਰਨ ਲਈ ਪਰਮਾਤਮਾ ਨੇ ਤੁਹਾਨੂੰ ਜਨਮ ਦੇਣਾ, ਚਾਹੇ ਤੁਸੀਂ ਕਿੰਨੀ ਭਜਨਬੰਦੀ ਕਰਦੇ ਸੀ। ਬੰਦਾ ਬਹਾਦਰ ਜਿਹੜਾ ਗੁਰੂ ਸੀ ਔਗੜਨਾਥ, ਦਸਮ ਪਾਤਸ਼ਾਹ ਨੇ ਕਿਹਾ ਵੀ ਬੰਦਾ ਬਹਾਦਰ ਤੇਰੇ ਗੁਰੂ ਦਾ ਕੀ ਨਾਂ ਸੀ? ਕਹਿੰਦੇ ਔਗੜਨਾਥ। ਕਹਿੰਦੇ ਮਰ ਕੇ ਕਿੱਥੇ ਹੋਏਗਾ? ਉਹ ਕਹਿੰਦੇ ਜੀ ਜੇ ਸੱਚਖੰਡ ਨਹੀਂ ਤਾਂ ਸਵਰਗ 'ਚ ਤਾਂ ਜ਼ਰੂਰ ਹੋਏਗਾ। ਬਹੁਤ ਤਪੱਸਿਆ ਕਰਦਾ ਸੀ। ਕਹਿੰਦੇ ਨਹੀਂ, ਤੇਰਾ ਗੁਰੂ ਤੇ ਉਹ ਜਿਹੜਾ ਸਾਹਮਣੇ ਬੇਲ ਹੈ ਨਾ ਉਹਦਾ ਕੀੜਾ ਬਣਿਆ ਹੋਇਆ। ਮੈਂ ਜੋ ਪੜ੍ਹਿਆ ਮੈਂ ਸੋਚਿਆ ਜੇ ਮੇਰੇ ਵਰਗਾ ਕਹਿੰਦਾ ਨਾ ਮਾਧੋਦਾਸ ਨੂੰ, ਹੁਣ ਮੈਨੂੰ ਮਾਰ ਹੀ ਦੇਣਾ ਸੀ ਕੁੱਟ-ਕੁੱਟ ਕੇ। ਤੂੰ ਮੇਰੇ ਗੁਰੂ ਨੂੰ ਕੀੜਾ ਕਹਿੰਦੇ? ਉਹ ਤਾਂ ਅੱਗੋਂ ਦਸਮ ਪਾਤਸ਼ਾਹ ਸਨ, ਇਸ ਲਈ ਉਹਦੀ ਵਿਚਾਰੇ ਦੀ ਜ਼ਰੂਰਤ ਨਹੀਂ ਪਈ ਇਹ ਕਹਿੰਦੇ ਤੂੰ ਮੇਰੇ ਗੁਰੂ ਨੂੰ ਕੀੜਾ ਕਹਿੰਦੇ। ਮੰਨ ਲਓ ਕੋਈ ਬੰਦਾ ਕਹਿੰਦਾ ਤੁਹਾਡਾ ਗੁਰੂ ਨਾਨਕ ਕੀੜਾ ਬਣਿਆ ਹੋਇਆ ਹੈ, ਅੱਜ ਛੱਡਾਂਗੇ ਉਹਨੂੰ? ਬਿਠਾ ਦੱਸਦਾ ਤੈਨੂੰ, ਤੂੰ ਕਹਿੰਦਾ ਕੀੜਾ ਬਣਿਆ ਹੋਇਆ ਹੈ। ਉਹ ਕਹਿੰਦਾ ਜੀ ਮੈਨੂੰ ਕਿਵੇਂ ਵਿਸ਼ਵਾਸ ਆਵੇ? ਕਹਿੰਦੇ ਹੁਣੇ ਦਿਖਾ ਦਿੰਦੇ। ਗੁਰੂ ਮਾਰਿਆ ਤੀਰ, ਸਾਹਮਣੇ ਬਿੱਲ ਲੱਗਾ ਸੀ, ਦਰਖਤ ਡਿੱਗ ਪਿਆ, ਕਿ ਚੱਕ ਕੇ ਲੈ। ਤੀਰ ਗੁਰੂ ਮੈਂ ਬਾਹਰ ਕੱਢ ਲਈ, ਜੇ ਮੋਰ ਵਿੱਚ ਖੋਲ ਹੋ ਗਿਆ ਨਾ, ਕਹਿੰਦੇ ਵੇਖ। ਕਹਿ ਜੀ ਹਾਂ ਕੀੜਾ ਤਾਂ ਹੈ, ਪਰ ਮੈਨੂੰ ਕਿਵੇਂ ਪਤਾ ਲੱਗੇ ਮੇਰਾ ਗੁਰੂ ਹੈ? ਗੁਰੂ ਮੈਂ ਉਹੀ ਤੀਰ ਮਾਧੋਦਾਸ ਦੇ ਸਿਰ 'ਤੇ ਰੱਖ ਤਾ, ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਜਦ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਦੇਖਦਾ ਹਾਂ ਮੇਰਾ ਗੁਰੂ ਹੀ ਹੈ। ਕਹਿੰਦਾ ਹਾਂ ਜੀ ਮੇਰਾ ਗੁਰੂ। ਕਹਿੰਦੇ ਗੁਰੂ ਮਰ ਗਿਆ, ਉਹਨੂੰ ਪੁੱਛ ਵੀ ਤੂੰ ਇੰਨੀ ਤਪੱਸਿਆ ਕੀਤੀ, ਤੂੰ ਕੀੜਾ ਕਿਵੇਂ ਬਣ ਗਿਆ? ਉਹ ਫਿਰ ਕਹਿੰਦਾ ਮਾਧੋਦਾਸ ਜਦੋਂ ਮੈਂ ਮਰਨ ਲੱਗਾ ਸੀ ਨਾ, ਇੱਥੇ ਹੀ ਜਿੱਥੇ ਤੁਸੀਂ ਖੜ੍ਹੇ ਇੱਥੇ ਮੇਰੀ ਮੰਜੀ ਡੱਠੀ ਸੀ, ਇਸ ਦਰਖਤ ਵੱਲ ਮੇਰੇ ਪੈਰ ਸਨ। ਮਰਨ ਵੇਲੇ ਮੈਨੂੰ ਖਿਆਲ ਆ ਵੀ ਮਾਧੋਦਾਸ ਤੂੰ ਸਾਰੀ ਉਮਰ ਬੇਲੀ ਨਹੀਂ ਖਾ ਕੇ ਦੇਖਿਆ। ਇਹ ਸੋਚ ਕੇ ਮੇਰੀ ਮੌਤ ਹੋ ਗਈ। ਉਹ ਇੱਛਾ ਪੂਰੀ ਕਰ ਲਈ, ਮੈਂ ਉਦੋਂ ਦਾ ਕੀੜਾ ਬਣਿਆ ਹੋਇਆ ਹਾਂ ਅਤੇ ਬਿਲ ਖਾਨਾ। ਗੁਰੂ ਮਹਾਰਾਜ ਬੇਨਤੀ ਕਰ ਮੇਰੀ ਮੁਕਤੀ ਕਰਨ। ਅਤੇ ਫਿਰ ਗੁਰੂ ਮਹਾਰਾਜ ਉਹਦੀ ਮੁਕਤੀ ਕੀਤੀ, ਵਾਪਸ ਭੇਜਦੇ ਸਵਰਗਾਂ ਨੂੰ। ਇਹ ਰੋਊਗਾ ਕਦੋਂ? ਜੇ ਸਾਡਾ ਕਿਸੇ ਨਾਲ ਮੋਹ ਹੈ ਤਾਂ ਹੀ ਕੋਈ ਰੋਏਗਾ ਨਾ। ਮੋਹ ਹੋਏਗਾ ਤਾਂ ਧਿਆਨ ਜਾਏਗਾ ਉੱਧਰ ਨੂੰ। ਜਿਵੇਂ ਸੰਤ ਸੁਖਦੇਵ ਸਿੰਘ ਜਿਸ ਦਿਨ ਸਰੀਰ ਤਿਆਗਣਾ ਸੀ, ਸਵੇਰੇ 6 ਵਜੇ ਆਪਣੇ ਜਿਹੜੇ ਬਹਿੰਦੇ ਸਨ ਗੇਟ ਅੱਗੇ, ਉਹਨਾਂ ਨੂੰ ਕਹਿਤਾ ਵੀ ਜਿੰਨਾ ਚਿਰ ਮੈਂ ਅੰਦਰੋਂ ਘੰਟੀ ਨਹੀਂ ਵਜਾਂਦਾ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਣਾ। ਨਹੀਂ ਤਾਂ ਆਮ ਤੌਰ 'ਤੇ ਸੰਗਤ 8 ਵਜੇ ਨਾ ਉਹਨਾਂ ਦੀ ਕੁੰਡੀ ਖੋਲ੍ਹਦੇ ਸੀ, ਸੰਗਤ ਦਰਸ਼ਨ ਕਰ ਲੈਂਦੀ ਹੁੰਦੀ ਸੀ। ਉਹਨਾਂ ਅੰਦਰੋਂ ਬੈਲੀ ਨਹੀਂ ਮਾਰੀ, 10 ਵੱਜ ਗਏ, 11 ਵੱਜ ਗਏ। ਜਿਹੜੇ ਸਨ ਪਹਿਰੇਦਾਰ ਜਾਂ ਬਾਬਾ ਕਸ਼ਮੀਰਾ ਸਿੰਘ ਕਹਿੰਦੇ ਜੀ ਵੀ ਅੱਜ ਤਾਂ ਮਹਾਂਪੁਰਖਾਂ ਨੇ ਦਰਵਾਜ਼ੇ ਨਹੀਂ ਖੋਲ੍ਹਿਆ ਅਤੇ ਸਾਨੂੰ ਇਹ ਕਿਹਾ ਵੀ ਜਿਹੜੇ ਚਿਰ ਮੈਂ ਨਹੀਂ ਕਹਿੰਦਾ ਦਰਵਾਜ਼ਾ ਨਹੀਂ ਖੋਲ੍ਹਣਾ। ਉਹ ਥੋੜ੍ਹਾ ਅੰਦਾਜ਼ਾ ਲਾ ਕੇ ਵੀ ਕਿਤੇ ਸਰੀਰ ਇਹਨਾਂ ਤਿਆਗ ਗਏ ਹੁਣ। ਜਦ ਦਰਵਾਜ਼ਾ ਖੋਲ੍ਹਿਆ, ਮਹਾਂਪੁਰਖ ਸਰੀਰ ਤਿਆਗ ਚੁੱਕੇ ਸਨ। ਹੁਣ ਮਤਲਬ ਵੀ ਜੇ ਮੈਂ ਇਹਨਾਂ ਨੂੰ ਦੱਸਦਾ, ਇਹ ਆ ਜਾਣੇ ਰੋਣ ਲੱਗ ਜਾਣਗੇ, ਚਲੇ ਬਲਕੇ ਨੇ ਮੇਰਾ ਧਿਆਨ ਨਾ ਇਹਨਾਂ ਵੱਲ ਕਿਤੇ ਚਲਿਆ ਜਾਵੇ। ਉਹਨਾਂ ਕਿਹਾ ਦਰਵਾਜ਼ਾ ਬੰਦ ਕਰਤਾ ਵੀ ਉਹ ਜਿਹੜਾ ਚਿਰ ਮੈਂ ਨਹੀਂ ਕਿਤੇ ਖੋਲ੍ਹਿਓ ਨਾ, ਵੀ ਤਾਂ ਜੋ ਮੇਰਾ ਅੰਤਲੇ ਸਮੇਂ ਧਿਆਨ ਹੀ ਨਾ ਇੱਧਰ ਉੱਧਰ ਨੂੰ ਜਾਵੇ। ਤਾਂ ਕਹਿੰਦੇ ਮੈਂ ਨਹੀਂ ਮਰਿਆ ਕਿਉਂਕਿ ਮੈਨੂੰ ਰੋਣ ਵਾਲਾ ਕੋਈ ਨਹੀਂ ਪਾ, ਮੇਰਾ ਮੋਹ ਹੀ ਕਿਸੇ 'ਚ ਨਹੀਂ ਹੈਗਾ, ਇਸ ਲਈ ਮੈਂ ਦੁਬਾਰਾ ਜਨਮ ਨਹੀਂ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।